ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਸ਼ਲ ਮੀਡੀਆ ਦੇ ਜ਼ਰੀਏ ਜੁੜੇ ਹੋਏ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 13 ਅਪ੍ਰੈਲ ਦਿਨ ਹੈਗਾ ਜੀ, ਵੀਰਵਾਰ। ਸ਼ਾਮ ਦਾ ਖਬਰ ਤੇ ਨਜ਼ਰ ਜੁੜ ਚੁੱਕੇ ਨੇ ਆਪਣੇ ਨਾਲ ਪੱਤਰਕਾਰ ਨਿਊਜ਼ ਐਨਲਿਸਟ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 4159090503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਸੈਨਹੋਜ਼ੇ, ਮਨਜੀਤ ਸਿੰਘ ਸੈਨਹੋਜ਼ੇ, ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਦੀਪਕ ਜੀ, ਤੁਹਾਨੂੰ, ਸਾਡੇ ਸੁਣਨ ਵਾਲੇ ਜਿੰਨੇ ਵੀ ਦੇਖਣ ਵਾਲੇ ਦਰਸ਼ਕ ਆ, ਸਭ ਨੂੰ ਹੀ ਵਿਸਾਖੀ ਦੀਆਂ, ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਤੇ ਦੀਪਕ ਜੀ, ਗੱਲਬਾਤ ਸ਼ੁਰੂ ਕਰੀਏ ਖਬਰਾਂ ਦੇ ਉੱਤੇ। ਇਹ ਹੁਣ ਮਸਲਾ ਕਾਫੀ ਲੰਬਾ ਜਿਹੜਾ ਉਹ ਚੱਲਦਾ, ਜਿਹੜਾ ਉਹ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ ਆਪਾਂ ਗੱਲ ਕਰਦੇ ਹਾਂ। ਕਦੀ ਪੋਸਟਰ ਲੱਗ ਜਾਂਦੇ ਆ, ਕਦੀ ਵੀਡੀਓ ਜਾਰੀ ਹੋ ਜਾਂਦੀਆਂ, ਕਦੀ ਕੁਛ ਮੁਲਕ ਟੱਪ ਗਿਆ ਇਸ ਸੂਬੇ 'ਚ, ਉਸ ਸੂਬੇ 'ਚ। ਹੁਣ ਕਹਿੰਦੇ ਰਾਜਸਥਾਨ ਦੀ ਵਾਰੀ ਆ ਗਈ ਆ। ਪੋਸਟਰ ਲੱਗ ਰਹੇ ਨੇ ਬਾਰਡਰ ਦੇ ਉੱਤੇ, ਰਾਜਸਥਾਨ ਦੇ ਉੱਤੇ ਪੋਸਟਰ ਲੱਗ ਰਹੇ ਨੇ। ਹਨੂੰਮਾਨਗੜ੍ਹ ਦੇ ਵਿੱਚ ਛਾਪੇਮਾਰੀ ਹੋ ਰਹੀ ਆ। ਕਿੱਧਰਲੇ ਪਾਸੇ ਨੂੰ ਇਹ ਗੱਲ ਹੁਣ ਜਾ ਰਹੀ ਹੈ? ਰਾਜਕਰਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਪੁਲਿਸ ਦੇ ਹਿਸਾਬ ਨਾਲ 18 ਮਾਰਚ ਤੋਂ ਭਾਲ ਕਰ ਰਹੀ ਹੈ ਤੇ ਅੱਜ 27 ਦਿਨ ਹੋ ਚੁੱਕੇ ਨੇ, 28ਵਾਂ ਦਿਨ ਜੀ। 28 ਦਿਨਾਂ ਦੇ ਵਿੱਚ ਪੁਲਿਸ ਭਾਲਦੀ ਹੋਵੇ ਤੇ ਉਹ ਬੰਦੇ ਦਾ ਪਤਾ ਨਾ ਲੱਗੇ, ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਜੇਕਰ ਇੰਨਾ ਆਸਾਨ ਹੈ ਕਿ ਕੇਂਦਰੀ ਏਜੰਸੀਆਂ ਲੱਭ ਰਹੀਆਂ ਹੋਣ, ਪੰਜਾਬ ਪੁਲਿਸ ਲੱਗੀ ਹੋਵੇ, ਬਾਰਡਰਾਂ ਤੇ ਨਾਕੇਬੰਦੀ ਹੋਵੇ, ਸੂਬਿਆਂ ਦੀ ਹੱਦ ਤੇ ਨਾਕੇਬੰਦੀ ਹੋਵੇ, ਦੇਸ਼ ਦੀਆਂ ਸਰਹੱਦਾਂ ਤੇ ਨਾਕੇਬੰਦੀ ਹੋਵੇ, ਤੇ ਬੰਦਾ ਕਦੇ ਨਕੋਦਰ ਤੋਂ ਲੁਧਿਆਣੇ, ਲੁਧਿਆਣੇ ਤੋਂ ਪਟਿਆਲੇ, ਪਟਿਆਲੇ ਤੋਂ ਕੁਰੂਕਸ਼ੇਤਰ, ਕੁਰੂਕਸ਼ੇਤਰ ਤੋਂ ਪੀਲੀਭੀਤ, ਪੀਲੀਭੀਤ ਤੋਂ ਫਿਰ ਹੁਸ਼ਿਆਰਪੁਰ, ਹੁਸ਼ਿਆਰਪੁਰ ਤੋਂ ਫਿਰ ਜਲੰਧਰ, ਜਲੰਧਰ ਤੋਂ ਹੁਣ ਕਹਿੰਦੇ ਜੀ ਫਿਰ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਕਹਿੰਦੇ ਨਹੀਂ ਜੀ ਹੁਣ ਤਾਂ ਨਿਕਲ ਗਿਆ ਜੀ, ਹੁਣ ਤਾਂ ਉਹ ਕੰਧ ਟੱਪ ਕੇ ਜੀ ਨਿਕਲ ਆਇਆ ਉੱਥੋਂ। ਉਹ ਤੋਂ ਬਾਅਦ ਜੀ ਕਹਿੰਦੇ ਜੀ ਡੇਰਿਆਂ ਚੋਂ ਕਹਿੰਦੇ ਜੀ ਨਹੀਂ ਜੀ ਹੁਣ ਤਾਂ ਫਿਰ ਰਾਜਸਥਾਨ। ਮਤਲਬ ਇਹਦਾ ਮਤਲਬ ਫਿਰ ਇੰਨਾ ਆਸਾਨ ਹੈ, ਇੱਥੋਂ ਹੀ ਅੰਦਾਜ਼ਾ ਲੱਗਦਾ। ਇਹਦਾ ਮਤਲਬ ਤਾਂ ਹੀ ਫਿਰ ਕਹਿੰਦੇ ਨੇ ਕਿ ਪਾਕਿਸਤਾਨ ਤੋਂ ਹਥਿਆਰ ਲੰਘ ਜਾਂਦੇ ਨੇ ਜੀ, ਇੱਥੇ ਚਿੱਟਾ ਲੰਘ ਜਾਂਦਾ ਜੀ। ਸੋ ਉਹ ਤਾਂ ਦਿਖਦੀ ਨਹੀਂ। ਇਹ ਤਾਂ ਫੇਰ ਬੰਦਾ ਬੈਠਾ ਗੱਡੀ 'ਚ ਦਿਖੂਗਾ ਘੱਟੋ ਘੱਟ, ਚਾਹੇ ਸ਼ਕਲ ਬਦਲ ਕੇ ਬੈਠੇ, ਚਾਹੇ ਰੰਗ ਰੂਪ ਬਦਲ ਕੇ ਬੈਠੇ, ਚਾਹੇ ਢੰਗ ਤਰੀਕਾ ਬਦਲ ਕੇ ਬੈਠੇ, ਬੰਦਾ ਤਾਂ ਦਿਖੂਗਾ। ਤੇ ਜੇਕਰ ਇੰਨੇ ਨਾਕਿਆਂ ਦੇ ਵਿੱਚੋਂ ਨਹੀਂ ਤੁਹਾਨੂੰ ਕੋਈ ਦਿਖਦਾ, ਤਾਂ ਫਿਰ ਜਿਹੜਾ ਸਮਾਨ ਡਿੱਗੀਆਂ 'ਚ ਰੱਖ ਕੇ, ਗੱਡੀਆਂ 'ਚ ਰੱਖ ਕੇ ਜਾਂਦਾ, ਚਾਹੇ ਉਹ ਸ਼ਰਾਬ ਦੀ ਤਸਕਰੀ ਹੁੰਦੀ ਹੈ, ਚਾਹੇ ਨਸ਼ੇ ਦੀ ਹੁੰਦੀ ਹੈ, ਚਾਹੇ ਹਥਿਆਰਾਂ ਦੀ ਹੁੰਦੀ ਹੈ, ਫਿਰ ਤੁਸੀਂ ਉਹ ਕੀ ਰੋਕਦੇ ਹੋਵੋਗੇ? ਸੋ ਇਹਦਾ ਮਤਲਬ ਇਹ ਸਵਾਲੀਆ ਚਿੰਨ੍ਹ ਪੁਲਿਸ ਤੇ ਵੀ ਲੱਗਦਾ, ਤੇ ਇਹ ਸ਼ੰਕੇ ਵੀ ਖੜੇ ਕਰਦਾ ਕਿ ਕਿਤੇ ਕੋਈ ਐਪੀਸੋਡ, ਜਿਹਦੀ ਆਪਾਂ ਸ਼ੁਰੂ 'ਚ ਗੱਲ ਕਰਦੇ ਸੀ ਕਿ ਕੋਈ ਸਕ੍ਰਿਪਟਡ ਫਿਲਮ ਤਾਂ ਨਹੀਂ ਹੈ ਕੋਈ। ਉਹ ਸ਼ੰਕੇ ਸ਼ੋਭੇ ਇੱਕ ਵਾਰ ਫਿਰ ਪੈਦਾ ਹੁੰਦੇ ਨੇ। ਜਾਂ ਫਿਰ ਇਹ ਤੇਰਾ ਇੰਨੀ ਕਾਬਲ ਹੈ, ਇੰਨੀ ਮਾਹਰ ਹੈ, ਇੰਨੀ ਸ਼ਾਤਿਰ ਹੈ, ਇੰਨੀ ਮਤਲਬ ਕਿ ਘੜਤ ਕਰਨ ਦੀ ਮਾਹਰ ਹੈ ਕਿ ਉਹ ਪੁਲਿਸ ਦੀ ਪਕੜ 'ਚੋਂ ਨਹੀਂ ਆਉਂਦੇ, ਪੁਲਿਸ ਪਿੱਛੇ ਹੀ ਰਹਿੰਦੀ ਹੈ। ਸੋ ਇਹ ਕਿੰਨੇ ਤਰ੍ਹਾਂ ਦੇ ਪਹਿਲੂ ਨੇ। 18 ਮਾਰਚ ਤੋਂ ਲੈ ਕੇ ਅੱਜ 14 ਅਪ੍ਰੈਲ ਤੱਕ ਜੀ 8 ਫੁਟੇਜ ਮਿਲੀਆਂ ਨੇ ਪੁਲਿਸ ਨੂੰ। 8 ਫੁਟੇਜ ਮਿਲਣੀਆਂ, 6 ਲੋਕੇਸ਼ਨਾਂ ਮਿਲਣੀਆਂ, ਹੈ ਨਾ। ਤੇ ਉਹ ਤੋਂ ਬਾਅਦ ਕਹਿੰਦੇ ਜੀ ਸਾਡੇ ਕੋਲ 2 ਵੀਡੀਓ ਆ ਗਈਆਂ ਉਹਦੀਆਂ, 1 ਆਡੀਓ ਆ ਗਈ, ਤੇ ਅਸੀਂ ਸਫਲਤਾ ਦੇ ਬਹੁਤ ਨੇੜੇ। ਹੁਣ ਇਹ ਸਫਲਤਾ ਹੋਈ ਵੀ ਹੈ, ਸਿਰਫ ਐਲਾਨਣੀ ਹੈ, ਜਾਂ ਅਸਫਲ ਨੇ, ਜਾਣ ਬੁੱਝ ਕੇ ਸਫਲ ਤਾਂ ਦਿਖਾਈ ਜਾ ਰਹੀ ਹੈ। ਇਹ ਕੀ ਕਹਾਣੀ ਹੈ? ਤੁਸੀਂ ਇਹ ਦੇਖੋ ਕਿ ਕੱਲ ਹੀ ਅੰਮ੍ਰਿਤਸਰ 'ਚ ਵੀ ਪੋਸਟਰ ਲੱਗਦੇ ਨੇ, ਕੱਲ ਹੀ ਰਾਜਸਥਾਨ ਦੇ ਬਾਰਡਰ ਤੇ ਵੀ ਪੋਸਟਰ ਲੱਗਦੇ ਨੇ। ਰਾਜਸਥਾਨ ਦੇ 4 ਜ਼ਿਲ੍ਹਿਆਂ ਦੇ ਵਿੱਚ ਹੁਣ ਪੁਲਿਸ ਭਾਲਦੀ ਫਿਰਦੀ ਹੈ। ਹਨੂੰਮਾਨਗੜ੍ਹ, ਸ਼੍ਰੀ ਗੰਗਾਨਗਰ, ਹੈ ਨਾ, ਜੈਸਲਮੇਰ, ਤੇ ਉਹ ਕੀ ਹੈ ਆਪਣਾ ਬਾੜਮੇਰ। ਸੋ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਪੁਲਿਸ ਭਾਲ ਰਹੀ ਹੈ। ਖਾਸ ਕਰਕੇ ਹਨੂੰਮਾਨਗੜ੍ਹ ਦੇ ਤਾਂ ਇੱਕ ਪਿੰਡ ਦੇ ਵਿੱਚ ਤਾਂ ਬਕਾਇਦਾ 40-40 ਗੱਡੀਆਂ ਢੂੰ ਕਰਦੀਆਂ ਗਈਆਂ ਤੇ ਹਲਲਾ ਮੱਚ ਗਈ। ਇੱਕ ਮੁੰਡੇ ਨੂੰ ਰਾਉਂਡ ਅਪ ਕਰ ਲਿਆ,
ਹੈ ਨਾ ਜੀ, ਤੇ ਉਹ ਕਹਿੰਦੇ ਜੀ ਉਹਦੀ ਫੋਟੋ ਸੀ ਜੀ ਉਹਦੇ ਨਾਲ ਵਾਇਰਲ। ਤੇ ਫਿਰ ਇਹ ਵੀ ਪਤਾ ਲੱਗਿਆ ਕਿ ਉਹਨੂੰ ਪੁਲਿਸ ਲੈ ਗਈ ਜੀ, ਉਹਨਾਂ ਨੇ ਐਸਡੀਐਮ ਮੂਹਰੇ ਪੇਸ਼ ਕੀਤਾ ਜੀ, ਉੱਥੇ ਤਾੜਨਾ ਕਰਕੇ ਛੱਡਤਾ ਜੀ। ਅਜੇ ਬਾਹਰ ਆਇਆ ਸੀ ਜੀ, ਬਾਹਰ ਆਉਂਦੀ ਪੰਜਾਬ ਪੁਲਿਸ ਚੱਕ ਲਈ ਜੀ, ਕਹਿੰਦੇ ਅੰਮ੍ਰਿਤਸਰ ਪੁਲਿਸ ਨੇ ਆਪਣੀ ਕਸਟਡੀ ਚ ਲੈ ਲਿਆ ਜੀ, ਉਹਨਾਂ ਨੂੰ ਸ਼ੋਭੇ ਨੇ ਜੀ। ਸੋ ਇਸ ਲਈ ਆਹ ਸਾਰੀ ਜਿਹੜੀ ਕਹਾਣੀ ਚੱਲ ਰਹੀ ਆ ਹੁਣ ਕਿ ਜੀ ਉਹਦੇ ਬਾਂਟਣ ਦੇ ਪੋਸਟਰ ਲਾਤੇ ਤੁਸੀਂ। ਸੋ ਸਵਾਲ ਇਹ ਹੈ ਕਿ ਪੰਜਾਬ ਪੁਲਿਸ, ਹਰਿਆਣਾ ਪੁਲਿਸ, ਰਾਜਸਥਾਨ ਪੁਲਿਸ ਤੇ ਕੇਂਦਰੀ ਏਜੰਸੀਆਂ, ਇਹ ਚਾਰਾਂ ਦਾ ਹੁਣ ਸਾਂਝਾ ਅਭਿਆਨ ਚੱਲ ਰਿਹਾ, ਜਿਹੜਾ ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਵਿੱਚ ਛਾਣਬੀਣ। ਵੈਸੇ ਤਾਂ ਦਿੱਲੀ ਵਾਲੀ ਪੁਲਿਸ ਵੀ ਵੈਸੇ ਤਾਂ ਯੂਪੀ ਵਾਲੀ ਪੁਲਿਸ ਵੀ ਉਹ ਸਾਰੀਆਂ ਨੇ ਵੀ ਨਾਲ ਸੀ, ਪਰ ਹੁਣ ਤੱਕ ਜਿਹੜਾ ਆ ਤਾਜ਼ਾ ਜਿਹੜਾ ਮਤਲਬ ਕਿ ਦ੍ਰਿਸ਼ ਪੁਲਿਸ ਸਾਡੇ ਸਾਹਮਣੇ ਰੱਖ ਰਹੀ ਆ ਕਿ ਨਹੀਂ ਜੀ ਉਹ ਰਾਜਸਥਾਨ ਚ ਲੁਕਿਆ ਹੁਣ। ਮਤਲਬ ਇੰਨਾ ਆਸਾਨ ਹੈਗਾ, ਕਦੇ ਇੱਧਰੋਂ ਉੱਥੇ, ਉੱਥੋਂ ਇੱਥੇ, ਇੱਥੇ ਉੱਥੋਂ। ਤੇ ਦੂਜਾ ਅੰਮ੍ਰਿਤਪਾਲ ਦੀ ਵੀਡੀਓ ਦੇ ਹਿਸਾਬ ਨਾਲ ਤਾਂ ਉਹ ਪੈਦਲ ਤੁਰਨਾ ਪੈਂਦਾ ਹੈ, ਲੰਬੀ ਵਾਟ ਤੈਅ ਕਰਨੀ ਪੈਂਦੀ ਹੈ ਨਾ, ਭੁੱਖੇ ਭਾਣੇ ਰਹਿਣਾ ਪੈਂਦਾ। ਤੇ ਫਿਰ ਇਹ ਵੀ ਸਵਾਲ ਕਿ 27 ਦਿਨਾਂ ਤੋਂ ਇਹਨਾਂ ਸਥਿਤੀ ਦੇ ਵਿੱਚ ਰਹਿ ਕੇ ਵੀ ਹੈ ਨਾ, ਤੇ ਫਿਰ ਵੀ ਮਤਲਬ ਕਿ ਪੁਲਿਸ ਕਹਿੰਦੀ। ਸੋ ਇਸ ਲਈ ਕਿੰਨੇ ਹੀ ਸਵਾਲ ਖੜੇ ਹੋ ਰਹੇ ਨੇ ਕਿ ਉਹ ਪਕੜ ਤੋਂ ਬਾਹਰ ਹੈ ਜਾਂ ਪਕੜਨਾ ਨਹੀਂ ਚਾਹੁੰਦੀ ਹੈ ਜੇ ਪੁਲਿਸ, ਉਹਦੇ ਹਵਾਲੇ ਨਾਲ ਕਿ ਉਹ ਕਿੱਥੇ ਕਿੱਥੇ ਜਾਂਦਾ, ਕਿਹਨੂੰ ਕਿਹਨੂੰ ਮਿਲਦਾ, ਕਿਹਦੇ ਨਾਲ ਸੰਪਰਕ ਸਾਧਦਾ, ਕੀ ਉਹ ਨੈਟਵਰਕ ਫੜਿਆ ਜਾ ਰਿਹਾ ਕਿ ਉਹਦੇ ਰਾਹੀਂ ਕੁਝ ਬੰਦਿਆਂ ਨੂੰ। ਕਿਉਂਕਿ ਇਹ ਵੀ ਚਰਚਾਵਾਂ ਚੱਲੀ ਜਾਂਦੀਆਂ ਕਿ ਭਾਈ ਤੁਸੀਂ ਪਤਾ ਨਹੀਂ ਫੜ ਹੋਣਾ ਕਿ ਨਹੀਂ ਹੋਣਾ, ਪਰ ਤੁਸੀਂ ਕਿੰਨੇ ਫੜਾਤੇ। ਸੋ ਇਹ ਵੀ ਲੋਕ ਸਵਾਲ ਕਰਨ ਲੱਗੇ, ਕਈ ਤਰ੍ਹਾਂ ਇਹ ਵੀ ਸਵਾਲ ਕਰਨ ਲੱਗੇ। ਦੂਸਰੇ ਪਾਸੇ ਕਈ ਕਹਿੰਦੀਆਂ ਕਿ ਪੁਲਿਸ ਪੂਰਾ ਕੁਝ 18 ਤਰੀਕ ਨੂੰ ਕਰ ਚੁੱਕੀ ਹੈ। ਖਾਸ ਕਰਕੇ ਜਦੋਂ ਪਪਲਪ੍ਰੀਤ ਦੀ ਗ੍ਰਿਫਤਾਰੀ ਹੋਈ, ਉਹਦੀ ਬੋਡੀ ਲੈਂਗੁਏਜ ਦਾ ਹਵਾਲਾ ਵੀ ਕਈਆਂ ਨੇ ਦਿੱਤਾ, ਕਈਆਂ ਨੇ ਉਹਦੇ ਬੋਲਚਾਲ ਦਾ ਢੰਗ ਤਰੀਕੇ ਦੇ ਵੀ ਹਵਾਲਾ ਦਿੱਤਾ ਕਿ ਉਹਦੇ ਕਹਿਣ ਤੋਂ ਭਾਵ ਵੀ ਇਹੀ ਲੱਗਦਾ ਕਿ ਹਾਂ ਮੈਂ ਪੁਲਿਸ ਦੀ ਗ੍ਰਿਫਤ ਚ ਪਹਿਲਾਂ ਤੋਂ ਆ, ਤੇ ਬੜਾ ਬੰਦਾ ਮਤਲਬ ਕਿ ਆਰਾਮਦਾਇਕ ਪੋਜੀਸ਼ਨ ਚ ਮਹਿਸੂਸ ਕਰ ਰਿਹਾ, ਮਤਲਬ ਕਿ ਜਿਵੇਂ ਪਹਿਲਾਂ ਉਹਨਾਂ ਨਾਰਮਲ ਹੋ ਚੁੱਕਿਆ ਬੰਦਾ। ਸੋ ਇਸ ਲਈ ਕਈ ਉਹ ਹੱਥ ਲਾ ਰਹੇ ਨੇ ਉਸ ਹਵਾਲੇ ਨਾਲ ਵੀ। ਪਰ ਆਹ ਸਾਰਾ ਕੁਝ ਜੋ ਹੁਣ ਸਾਹਮਣੇ ਆ ਰਿਹਾ, ਕਹਿੰਦੇ ਜੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ, ਇਸ ਲਈ ਜੀ ਪੰਜਾਬ, ਹਰਿਆਣਾ ਤੇ ਰਾਜਸਥਾਨ ਤੇ ਉਹਦੇ ਨਾਲ ਕੇਂਦਰੀ ਏਜੰਸੀਆਂ ਮਿਲ ਕੇ ਅਭਿਆਨ ਚਲਾ ਰਹੀਆਂ। ਤੇ ਅਸੀਂ ਜੀ ਕਹਿੰਦੇ ਜੀ ਨਾਕਾਬੰਦੀ ਇੰਨੀ ਸਖਤ ਕਰਤੀ ਹੈ ਰਾਜਸਥਾਨ ਦੇ ਔਰ ਪੰਜਾਬ ਦੇ ਬਾਰਡਰ ਤੇ ਕਿ ਉੱਥੇ ਅਸੀਂ ਪੋਸਟਰ ਵੀ ਲਵਾਤੇ, ਹਰ ਗੱਡੀ ਵੀ ਚੈੱਕ ਕਰਾ ਰਹੇ ਹਾਂ, ਅਸੀਂ 4 ਜ਼ਿਲ੍ਹਿਆਂ ਛਾਪਾਮਾਰੀ ਵੀ ਕਰ ਲਈ, ਅਸੀਂ ਸਫਲਤਾ ਦੇ ਨੇੜੇ ਹਾਂ। ਵੈਸੇ ਪਾਕਿਸਤਾਨ ਟੱਪ ਜਾਣ ਦੀ ਵੀ ਖਸਾ। ਦੇਖੋ ਕਮਾਲ ਹੈ ਜਨਾਬ। ਤੁਸੀਂ ਮਤਲਬ ਕਿ ਕਹਿ ਰਹੇ ਸੀ ਪੀਲੀਭੀਤ ਵਾਲੇ ਬਾਰਡਰ ਤੇ ਵੀ ਅਸੀਂ ਨਾਕਾਬੰਦੀ ਕਰ ਲਈ, ਪੋਸਟਰ ਉੱਥੇ ਵੀ ਦਿੱਤੇ ਸੀ ਜਿਹੜੇ ਨੇਪਾਲ ਬਾਰਡਰ ਵਾਲਿਆਂ ਨੂੰ, ਹੈ ਨਾ, ਤੇ ਉੱਥੋਂ ਬੰਦਾ ਹੁਸ਼ਿਆਰਪੁਰ ਆ ਗਿਆ, ਜਦ ਵੀ ਤੁਸੀਂ ਕਹਿ ਰਹੇ ਸੀ ਬਸ ਨੇੜੇ ਆ, ਤੇ ਤੁਸੀਂ ਹੁਣ ਵੀ ਕਹਿੰਦੇ ਹੋ ਸਫਲਤਾ ਦੇ ਨੇੜੇ ਆ, ਪਰ ਬੰਦਾ ਪਾਕਿਸਤਾਨ ਵੀ ਟੱਪ ਸਕਦਾ। ਸੋ ਇਸ ਲਈ ਇਹ ਕਿਹੜੀ ਕਹਾਣੀ ਹੈ, ਕੀ ਇਹ ਐਪੀਸੋਡ ਹੈ, ਕੀ ਇਹ ਫਿਲਮ ਹੈ, ਕਿਸੇ ਦੀ ਕੋਈ ਸਮਝ ਤੋਂ ਸਾਰਾ ਕੁਝ ਪਰੇ ਹੈ। ਇਹਨੂੰ ਚਲਾ ਕੌਣ ਰਿਹਾ? ਕੀ ਅੰਮ੍ਰਿਤਪਾਲ ਪੁਲਿਸ ਨੂੰ ਮਤਲਬ ਕਿ ਝੱਕੀ ਦੇਣ ਦੇ ਵਿੱਚ ਕਾਮਯਾਬ ਹੋ ਰਿਹਾ? ਕਿ ਪੁਲਿਸ ਉਸ ਨੂੰ ਆਪਣੇ ਹਿਸਾਬ ਨਾਲ ਚਲਾਈ ਜਾਂਦੀ ਹੈ? ਕਿ ਪੁਲਿਸ ਤੇ ਅੰਮ੍ਰਿਤਪਾਲ ਨੂੰ ਕੋਈ ਹੋਰ ਚਲਾਈ ਜਾਂਦਾ? ਸੋ ਇਹ ਕਿੰਨੇ ਹੀ ਸਵਾਲ ਖੜੇ ਹੁੰਦੇ ਜਾਂਦੇ ਨੇ ਕਿ ਇਹਦੇ ਪਿੱਛੇ ਸਿਰਫ ਇਹ ਦੌੜ ਹੈ ਇੱਕ ਦੂਏ ਨੂੰ ਫੜਨ ਦੀ, ਇੱਕ ਦੂਏ ਤੋਂ ਬਚਣ ਦੀ, ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਐਪੀਸੋਡ ਹੈ। ਸੋ ਇਸ ਲਈ ਇਹ ਸਵਾਲ ਵੱਡੇ ਹੁੰਦੇ ਜਾ ਰਹੇ ਨੇ ਔਰ ਗਹਿਰੇ ਹੁੰਦੇ ਜਾ ਰਹੇ ਨੇ, ਬਿਲਕੁਲ ਡਾਰਕ ਕਾਲੇ ਹੁੰਦੇ ਜਾ ਰਹੇ ਨੇ। ਤੇ ਪਰ ਅਜੇ ਤੱਕ ਮਤਲਬ ਕਿ ਪੁਲਿਸ ਦੇ ਦਾਅਵੇ ਦੇ ਹਿਸਾਬ ਨਾਲ ਉਹ ਗ੍ਰਿਫਤਾਰ ਨਹੀਂ ਹੈ, ਤੇ ਚਰਚਾਵਾਂ ਦੇ ਹਿਸਾਬ ਨਾਲ 18 ਤਰੀਕ ਤੋਂ ਹੀ ਪੁਲਿਸ ਦੀ ਨਜ਼ਰਬੰਦੀ 'ਚ ਹੈ। ਤੇ ਪਰ ਪੁਲਿਸ ਕਹਿੰਦੀ ਨਹੀਂ ਜੀ ਅਸੀਂ ਤੁਹਾਨੂੰ ਪੀਲੀਭੀਤ ਤੱਕ ਵੀ ਲੱਭਿਆ ਹੈ, ਤੇ ਅੱਜ ਕੱਲ੍ਹ ਰਾਜਸਥਾਨ 'ਚ ਲੱਭ ਰਹੇ ਹਾਂ। ਵੈਸੇ ਪਾਕਿਸਤਾਨ ਦਾ ਬਾਰਡਰ ਵੀ ਨਾਲੇ ਲੱਗਦਾ। ਜੀ ਜੀ ਬਿਲਕੁਲ। ਇਹ ਸਾਰੇ ਕਾਸੇ ਦੇ ਵਿੱਚ ਸ਼ੋਅ ਤਾਂ ਮੈਨੂੰ ਲੱਗਦਾ ਦੀਪਕ ਜੀ ਇਹਨਾਂ ਦੀ ਆਪਣੀ ਨਾਕਾਮੀ ਜ਼ਿਆਦਾ ਜਿਹੜੀ ਉਹ ਹੋ ਰਹੀ ਆ। ਅੰਮ੍ਰਿਤਪਾਲ ਕਿੱਦਾਂ ਆ, ਕਿਵੇਂ ਆ, ਹੁਣ ਉਹਦੀ ਕੋਈ ਵੀਡੀਓ ਆਡੀਓ ਵੀ ਅਜੇ ਤੱਕ ਉਸ ਤੋਂ ਬਾਅਦ 'ਚ ਜਿਹੜੀ ਉਹ ਕੁਛ ਨਹੀਂ ਆਈ। ਸੋ ਲੋਕਾਂ ਦੇ ਮਨਾਂ 'ਚ ਸਵਾਲ ਜਿਹੜੇ ਉਹ ਹੋਰ ਗਹਿਰੇ ਜਿਹੜੇ ਉਹ ਹੁੰਦੇ ਜਾ ਰਹੇ ਹੈਗੇ ਆ ਜੀ। ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੁਣੀ ਸਵੇਰੇ ਕਹਿੰਦੇ ਵੀ ਆਪ ਦਲਿਤ ਵਿਰੋਧੀ ਆ, ਕਹਿੰਦੇ ਸ਼ਾਮ ਤਾਈਂ ਸਮਨ ਵੀ ਪਹੁੰਚ ਗਏ। ਬਿਲਕੁਲ ਜੀ, ਚਰਨਜੀਤ ਚੰਨੀ ਹੋਰੀ ਅੱਜ ਕੱਲ੍ਹ ਈਡੀ ਦੀ ਰਡਾਰ ਤੇ ਵੀ ਹੈਗੇ ਨੇ, ਹੈ ਨਾ। ਉਹਨਾਂ ਦੇ ਭਤੀਜੇ ਭਾਣਜੇ ਜਿਵੇਂ ਆਪਾਂ ਕਹਿੰਦੇ ਉਹ ਵੀ ਘੇਰੇਬੰਦੀ 'ਚ ਰਹੇ ਨੇ, ਤੇ ਇਹ ਵੀ ਪਰਿਵਾਰ ਨਿਸ਼ਾਨੇ ਤੇ ਹੈਗਾ ਏ। ਤੇ ਦੂਸਰੇ ਪਾਸੇ ਪਹਿਲਾਂ ਹਵਾ 'ਚ ਇਹ ਵੀ ਗੱਲਾਂ ਖੂਬ ਉੜੀਆਂ ਕਿ ਜੀ ਬੀਜੇਪੀ 'ਚ ਜਾ ਰਹੇ ਨੇ, ਜੀ ਬੀਜੇਪੀ ਨਾਲ ਗੱਲ ਚੱਲ ਪਈ, ਜੀ ਕੁਛ ਵੀ। ਪਰ ਜਦੋਂ ਅਸੀਂ ਇੱਧਰ ਉੱਧਰ ਪਤਾ ਕੀਤਾ, ਪਤਾ ਲੱਗਿਆ ਕਿ ਨਹੀਂ, ਨਾ ਬੀਜੇਪੀ ਜਾਣ ਦਾ ਮਨ ਆ, ਨਾ ਬੀਜੇਪੀ ਦਾ ਜੇ ਲੈਣ ਦਾ ਮਨ ਆ। ਸੋ ਇਸ ਲਈ ਉਹ ਐਪੀਸੋਡ ਹਵਾ 'ਚ ਸੀ। ਪਰ ਚਰਨਜੀਤ ਚੰਨੀ ਇਸ ਗੱਲੋਂ ਜ਼ਰੂਰ ਸਾਈਡਲਾਈਨ ਬੈਠੇ ਸੀ ਕਿ ਮੇਰੇ ਕੋਲ ਤਾਂ ਕਾਂਗਰਸ ਵੀ ਅਪਰੋਚ ਨਹੀਂ ਕਰ ਰਹੀ, ਮੈਨੂੰ ਤਾਂ ਕਾਂਗਰਸੀ ਵੀ ਨਹੀਂ ਕਹਿੰਦੇ ਕਿ ਆਓ ਚਲੀਏ ਜੀ ਚੋਣ ਪ੍ਰਚਾਰ ਲਈ। ਇਸ ਲਈ ਫਿਰ ਬਕਾਇਦਾ ਪ੍ਰਤਾਪ ਬਾਜਵਾ ਨੇ ਪਹੁੰਚ ਕੀਤੀ, ਬਕਾਇਦਾ ਲੀਡਰ ਮਿਲੇ, ਤੇ ਫਿਰ ਉਹ ਸਰਗਰਮ ਹੋ ਗਏ। ਕੱਲ ਫਿਰ ਕਾਗਜ਼ ਭਰਨ ਲੱਗਿਆਂ ਵੀ ਨਾਲ ਸੀ, ਬੱਸ 'ਚ ਵੀ ਨਾਲ ਸੀ, ਤੇ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਨੇ ਦੱਬ ਕੇ ਗੜਕਾ ਮਾਰਿਆ। ਕਹਿੰਦੇ ਕਿ
ਮੈਨੂੰ ਤਾਂ ਐਂ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੋਵੇ। ਇਹ ਦਮ ਤਾਂ ਭਰਦੀ ਆ ਕਿ ਅਸੀਂ ਲੋਕ ਪੱਖੀ ਫੈਸਲੇ ਲੈਂਦੇ ਆ, ਪਰ ਇਹ ਤਾਂ ਦਲਿਤ ਤੇ ਹਿੰਦੂ ਵਿਰੋਧੀ ਵੀ ਆ। ਉਹ ਕਹਿੰਦੇ ਕਿ ਕਿੱਥੇ ਆ ਕੇਜਰੀਵਾਲ ਦਾ ਉਹ ਵਾਅਦਾ, ਕਿੱਥੇ ਆ ਭਗਵੰਤ ਮਾਨ ਦਾ ਉਹ ਐਲਾਨ, ਕਿੱਥੇ ਆ ਇਸ ਪਾਰਟੀ ਦਾ ਲੋਕਾਂ ਨੂੰ ਦਿੱਤੀ ਉਹ ਗਰੰਟੀ ਕਿ ਅਸੀਂ ਦਲਿਤ ਔਰ ਹਿੰਦੂ ਨੂੰ ਉਪ ਮੁੱਖ ਮੰਤਰੀ ਬਣਾਵਾਂਗੇ। ਕਹਿੰਦੀ ਅੱਜ ਤੱਕ ਕਿਉਂ ਨਹੀਂ ਬਣਾਇਆ, ਸਾਲ ਤੋਂ ਉੱਪਰ ਸਮਾਂ ਗੁਜ਼ਰ ਗਿਆ, ਇਸ ਲਈ ਤਾਂ ਦਲਿਤ ਵਿਰੋਧੀ ਨੇ। ਹੁਣ ਵਿਜੀਲੈਂਸ ਨੇ 12 ਤਰੀਕ ਨੂੰ 12 ਅਪ੍ਰੈਲ ਨੂੰ ਪਹਿਲਾਂ ਹੀ ਸੱਦਿਆ ਹੋਇਆ ਸੀ ਚਰਨਜੀਤ ਚੰਨੀ ਜੀ। ਹੁਣ 12 ਅਪ੍ਰੈਲ ਨੂੰ ਸੱਦਿਆ ਸੀ, ਪਰ ਇਹਨਾਂ ਨੇ ਕਹਿੰਦੇ ਜੀ ਚਰਨਜੀਤ ਚੰਨੀ ਉਹਨਾਂ ਨੇ ਸੁਨੇਹਾ ਭੇਜਤਾ ਸੀ ਕਿ ਜੀ ਮੈਂ 12 ਅਪ੍ਰੈਲ ਨੂੰ ਪੇਸ਼ ਨਹੀਂ ਹੋ ਸਕਦਾ, ਮੈਂ 20 ਅਪ੍ਰੈਲ ਨੂੰ ਆਊਂਗਾ। ਤੇ ਉਹ 20 ਅਪ੍ਰੈਲ ਦੀ ਤਰੀਕ ਕਹਿੰਦੇ ਬੁੱਕ ਹੋ ਗਈ। ਪਰ ਜਦੋਂ ਸਵੇਰੇ ਪ੍ਰੈਸ ਕਾਨਫਰੰਸ ਦੇ ਵਿੱਚ ਦੁਪਹਿਰ ਤੱਕ ਪ੍ਰੈਸ ਕਾਨਫਰੰਸ ਚਰਨਜੀਤ ਚੰਨੀ ਨੇ ਇਹ ਗੱਲ ਆਖੀ ਕਿ ਆਮ ਆਦਮੀ ਪਾਰਟੀ ਦਲਿਤ ਵਿਰੋਧੀ ਹੈ, ਨਾ ਇਹ ਦਲਿਤ ਭਾਈਚਾਰੇ ਚੋਂ ਕਿਸੇ ਨੁਮਾਇੰਦੇ ਨੂੰ ਉਪ ਮੁੱਖ ਮੰਤਰੀ ਬਣਾ ਰਹੀ ਹੈ, ਨਾ ਹਿੰਦੂਆਂ ਚੋਂ ਕਿਸੇ ਨੂੰ ਉਪ ਮੁੱਖ ਮੰਤਰੀ ਬਣਾਉਣੀ ਹੈ, ਝੂਠੇ ਵਾਅਦੇ ਕਰਦੀ ਆ, ਇਹ ਤਾਂ ਦਲਿਤਾਂ ਦੇ ਉਲਟ ਆ। ਤੇ ਕਹਿੰਦੇ ਸ਼ਾਮ ਨਹੀਂ ਢਲਣ ਦਿੱਤੀ ਜਦ ਇਹ ਸੰਮਣ ਆ ਗਿਆ ਵਿਜੀਲੈਂਸ ਦਾ ਨਵਾਂ ਕਿ 14 ਨੂੰ ਇਹ ਆ ਜਾਓ, ਅਗਲੇ ਦਿਨ ਹੀ ਆ ਜਾਓ ਮਤਲਬ। ਸੋ ਉਹ ਵੀ ਸੰਮਣ ਕਹਿੰਦੇ WhatsApp ਤੇ ਆਇਆ, ਪ੍ਰਤਾਪ ਬਾਜਵਾ ਨੇ ਦੱਸਿਆ। ਪ੍ਰਤਾਪ ਬਾਜਵਾ ਕਹਿੰਦਾ ਇੰਨੀ ਕਾਹਲ ਹੈ। ਸੋ ਇਸ ਲਈ ਹੁਣ ਉਹ ਕਹਿੰਦੇ ਕਿ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਹੁਣ ਇਹ ਨਿਸ਼ਾਨਾ ਬਣਾਇਆ ਜਾ ਰਿਹਾ ਜਾਂ ਕਾਂਗਰਸੀ ਆਪਣੀਆਂ ਕੀਤਿਆਂ ਦਾ ਭੋਗ ਰਹੇ ਨੇ, ਇਹ ਤਾਂ ਵੱਖਰਾ ਸਵਾਲ ਖੜਾ ਹੈ। ਪਰ ਕੀ ਸਰਕਾਰ ਦੇ ਇਸ਼ਾਰੇ ਤੇ ਹੁੰਦਾ ਹੈ ਜਾਂ ਇੰਨੀ ਵਿਜੀਲੈਂਸ ਤੇਜ਼ ਹੈ, ਇੰਨਾ ਐਕਸ਼ਨ ਤੇਜ਼ ਹੋ ਗਿਆ ਉਹਨਾਂ ਦਾ? ਸੋ ਇਹ ਸਵਾਲ ਖੜੇ ਹੁੰਦੇ ਨੇ। ਸੋ ਇਸ ਲਈ ਚਰਨਜੀਤ ਚੰਨੀ ਦੀਆਂ ਜਿੱਥੇ ਆਡੀਓ ਵੀਡੀਓ ਕਲਿੱਪ, ਹਾਸੇ ਠੱਠੇ, ਭੰਗੜਾ ਹੈ ਨਾ, ਉਹ ਸਾਰਾ ਕੁਝ ਕਿੰਨੇ ਵਿਵਾਦ ਚਰਚਾਵਾਂ 'ਚ ਰਹੇ। ਉੱਥੇ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਲਿਆ ਸਟੈਂਡ ਵੀ ਲੋਕਾਂ ਨੇ ਕਾਬਲੇ ਤਾਰੀਫ ਵੀ ਮੰਨਿਆ ਹੈ ਨਾ। ਸੋ ਇਹ ਸਾਰਾ ਕੁਝ ਨਾਲ ਨਾਲ ਚੱਲਦਾ ਰਿਹਾ। ਪਰ ਹੁਣ ਫੇਰ ਉਹ ਜਦੋਂ ਸਰਗਰਮ ਹੋਏ, ਸਰਗਰਮ ਹੁੰਦਿਆਂ ਹੀ ਉਹਨਾਂ ਨੂੰ ਜਿਵੇਂ ਸਾਹਮਣੇ ਭੇਜਿਆ ਰਿਹਾ। ਕੀ ਦਾ ਮਤਲਬ ਇਹ ਚਾਹੁੰਦੇ ਕਿ ਡਰ ਕੇ ਅੰਦਰ ਬੈਠਾ ਰਹੇ ਬੰਦਾ ਜੀ, ਜਾਂ ਇਹਦੇ ਪਿੱਛੇ ਉਹਨਾਂ ਨੂੰ ਲੱਗਦਾ ਕਿ ਹਾਂ ਅਸੀਂ ਇਸ ਤਰ੍ਹਾਂ ਤੰਗ ਕਰਕੇ ਕਿ ਅਸੀਂ ਜਲੰਧਰ ਜਿਮਣੀ ਚੋਣ ਜਿੱਤ ਲਾਂਗੇ ਜਾਂ ਨੁਕਸਾਨ ਕਰ ਲਾਂਗੇ। ਹੁਣ ਇਹ ਹਿਸਾਬ ਕਿਤਾਬ ਆਮ ਆਦਮੀ ਪਾਰਟੀ ਆਪੇ ਲਾਵੇ। ਮਾਹਰ ਉਹ ਚੰਗੇ ਹੈਗੇ ਨੇ ਇਸ ਮਾਮਲਿਆਂ ਦੇ ਵਿੱਚ, ਸੋ ਚੋਣ ਰਣਨੀਤੀ ਦੇ ਮਾਹਰ ਮੰਨੇ ਜਾਂਦੇ ਨੇ। ਸੋ ਇਹ ਦੇਖਣ ਵਾਲੀ ਗੱਲ ਹੋਈ ਕਿ ਕੀ ਚੰਨੀ ਦੇ ਸਾਹਮਣੇ ਭੇਜਿਆਂ ਦਾ ਅਸਰ ਕਿਤੇ ਆਮ ਆਦਮੀ ਪਾਰਟੀ ਨੂੰ ਵੋਟਾਂ 'ਚ ਹੋਏਗਾ, ਕਿਉਂਕਿ ਉਹ ਤਾਂ ਉਹਨਾਂ ਨੇ ਕੱਲੇ ਮਹੱਲਾ 22 ਤੱਕ ਐਮਐਲਏ ਲਾਤੇ ਜੀ, ਤੇ ਐਮਐਲਏ ਨੂੰ ਟਾਸਕ ਦੇਤੀ ਕਿ ਘੱਟੋ ਘੱਟ ਜਿੰਨੀਆਂ ਵੋਟਾਂ ਹਰੇਕ ਇਲਾਕੇ 'ਚੋਂ ਪਈਆਂ ਨੇ, ਹਰੇਕ ਬੂਥ 'ਚ ਪਈਆਂ ਨੇ ਪਿਛਲੀ ਵਾਰ ਜੀ, ਉਹ ਤੋਂ ਨਹੀਂ ਘਟਣੀਆਂ ਚਾਹੀਦੀਆਂ। ਬੇਸ਼ੱਕ 9 ਦੇ 9 ਵਿਧਾਨ ਸਭਾ ਹਲਕਿਆਂ 'ਚ 9 ਐਮਐਲਏ ਨਹੀਂ ਹੈਗੇ ਆਮ ਆਦਮੀ ਪਾਰਟੀ ਦੇ, ਪਰ ਕਹਿੰਦੇ ਕਿ ਜੇ ਵਿਧਾਨ ਸਭਾ ਦੀਆਂ ਵੋਟਾਂ ਨਾਲ ਵੀ ਵੋਟਾਂ ਘਟ ਗਈਆਂ ਤਾਂ ਜਿਹੜਾ ਐਮਐਲਏ ਉੱਥੇ ਇੰਚਾਰਜ ਲਾਇਆ ਉਹਨੂੰ ਤਾਂ ਨਹੀਂ ਛੱਡਦੇ ਜੀ। ਤੇ ਘੱਟੋ ਘੱਟ ਜਿਹੜੇ ਐਮਐਲਏ ਸਾਡੇ ਜਿੱਤੇ ਹੋਏ ਨੇ ਉੱਥੇ ਉਹਨਾਂ ਦੇ ਹਲਕਿਆਂ 'ਚ ਸਾਨੂੰ ਲੀਡ ਹੋਣੀ ਚਾਹੀਦੀ ਆ। ਸੋ ਇਸ ਲਈ ਇਹ ਹੁਣ ਮਤਲਬ ਕਿ ਨਵਾਂ ਤਰ੍ਹਾਂ ਦਾ ਟੈਸਟ ਆਮ ਆਦਮੀ ਪਾਰਟੀ ਦਾ ਇਹ ਵੀ ਹੈਗਾ। ਪਰ ਆਹ ਚੰਨੀ ਵਾਲੇ ਮਾਮਲੇ ਦੇ ਵਿੱਚ ਹੱਦ ਹੋ ਗਈ ਕਿ ਇੰਨੀ ਤੇਜ਼ੀ ਕਿ ਲਓ ਜੀ ਬੰਦਾ ਸਵੇਰੇ ਬੋਲੇ ਤੇ ਸ਼ਾਮ ਨੂੰ ਉਹਦੇ WhatsApp ਤੇ ਸਮਝ ਆ ਜਾਵੇ ਕਿ ਸਵੇਰੇ ਆ ਜਾ ਭਾਈ। ਸੋ ਇਸ ਲਈ ਇਹ ਲੱਗ ਰਿਹਾ ਕਿ ਟਕਰਾਅ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਜੀ। ਤੇ ਸੰਮਨ ਅੱਜ ਕੱਲ ਈਮੇਲ ਤੇ WhatsApp ਤੇ ਇਦਾਂ ਕਰਨੇ ਸਭ ਅਲਾਉਡ ਹੈ, ਇਦਾਂ ਵੀ ਡਿਜੀਟਲ ਹੋ ਗਿਆ ਸਭ ਜਾਇਜ਼ ਹੈ ਜੀ, ਸਭ ਜਾਇਜ਼ ਹੈ। ਬੰਦਾ ਕਹਿੰਦਾ ਫੋਨ ਤੇ ਸੁਨੇਹਾ ਭੇਜੋ। ਤੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਇਹ ਚੀਜ਼ਾਂ ਹੁਣ ਤਾਂ ਮਾਨਤਾ ਪ੍ਰਾਪਤ ਹੁੰਦੀਆਂ ਜਾ ਰਹੀਆਂ, ਅਦਾਰਿਆਂ 'ਚ ਮਾਨਤਾ ਪ੍ਰਾਪਤ ਹੁੰਦੀ ਹੈ। ਜਿਹੜੇ ਈਮੇਲ ਤਾਂ ਕਾਫੀ ਦੇਰ ਪਹਿਲਾਂ ਤੋਂ ਹੀ ਵੈਲਿਡ ਮੰਨੀ ਜਾਣੀ ਸ਼ੁਰੂ ਹੋ ਗਈ ਸੀ, ਹੁਣ WhatsApp ਨੂੰ ਵੀ ਮਾਨਤਾ ਦਿੱਤੀ ਜਾਣੀ ਸ਼ੁਰੂ ਹੋਈ ਹੈ। ਸੋ ਇਸ ਲਈ ਇਹ ਮੰਨ ਲਿਆ ਗਿਆ। ਵੈਸੇ ਚਿੱਠੀ ਪੱਤਰ ਰਾਹੀਂ ਆ ਜਾਊਗਾ ਤੁਰੰਤ ਦੱਸਣ ਲਈ ਕਿ ਦੇਖੋ ਬੰਦਾ ਇਹ ਨਾ ਕਹੇ ਕਿ ਮੈਨੂੰ ਤਾਂ ਮਿਲਿਆ ਨਹੀਂ ਜੀ। ਸੋ ਉਸ ਹਵਾਲੇ ਨਾਲ ਵੀ ਸਰਕਾਰ ਨੇ ਜਦੋਂ ਬਚਣਾ ਹੁੰਦਾ ਉਦੋਂ ਇਦਾਂ ਕਹਿ ਦਿੰਦੇ ਵੀ ਅਸੀਂ ਚਿੱਠੀ ਨਹੀਂ ਮਿਲੀ, ਉਦੋਂ ਅਜੇ ਨੋਟੀਫਿਕੇਸ਼ਨ ਨਹੀਂ ਹੋਇਆ, ਉਦੋਂ ਇਹ ਰਾਹ ਲੱਭ ਲੈਂਦੇ ਆ। ਜੀ। ਅਗਲੀ ਗੱਲ ਕਰੀਏ, ਪੰਜਾਬ ਸਰਕਾਰ ਨੇ ਇੱਕ ਦਿਨ ਦੇ ਵਿੱਚ 40 ਕਰੋੜ ਦੇ ਮੁਆਵਜ਼ੇ ਵੰਡੇ। ਬਿਲਕੁਲ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਸੀਗਾ ਇਹ ਕਿ ਜੋ ਮਰਜ਼ੀ ਹੋ ਜਾਵੇ, ਜਿਹੜਾ ਫਸਲੀ ਨੁਕਸਾਨ ਹੋਇਆ, ਖਾਸ ਕਰ ਕਣਕ ਦਾ ਜਿਹੜਾ ਗੜੇਮਾਰੀ ਮੀਂਹ ਕਾਰਨ ਨੁਕਸਾਨ ਹੋਇਆ ਜਾਂ ਹੋਰ ਫਸਲਾਂ ਦੇ ਨੁਕਸਾਨ ਹੈ, ਉਹਦੀ ਭਰਪਾਈ ਦੀ ਅਸੀਂ ਵਿਸਾਖੀ ਤੋਂ ਪਹਿਲਾਂ ਕਿਸਾਨਾਂ ਨੂੰ ਸ਼ੁਰੂ ਕਰ ਦਈਏ। ਸੋ ਉਸੇ ਪਹਿਲ ਕਦਮ ਦੇ ਤਹਿਤ ਕੱਲ ਫਾਜ਼ਿਲਕਾ 'ਚ ਸਮਾਗਮ ਕੀਤਾ ਤੇ ਸਮਾਗਮ ਕਰਕੇ ਖੁਦ ਮੁੱਖ ਮੰਤਰੀ ਹੋਰਾਂ ਨੇ ਆਪ ਵੀ ਜਿਹੜੇ ਉੱਥੇ ਮਤਲਬ ਕਰੀਬ 365 ਪਿੰਡਾਂ ਦੇ ਲੋਕਾਂ ਨੂੰ ਮੁਆਵਜ਼ੇ ਵੰਡਣੇ ਸੀ, ਜਿਹੜੇ ਉਹਦੇ ਵਿੱਚ 13 ਲੱਖ ਰੁਪਏ 13 ਕਰੋੜ ਦੇ ਮੁਆਵਜ਼ੇ ਬਣਦੇ ਸੀ ਜਿਹੜੇ, ਹੈ ਨਾ, ਉਹਦੇ ਵਿੱਚੋਂ 6 ਕਰੋੜ ਰੁਪਏ ਤਾਂ ਆਪੇ ਵੰਡਿਆ। ਤੇ ਪਰ ਕਹਿੰਦੇ ਕਿ ਕੱਲ ਦੇ 40 ਕਰੋੜ ਰੁਪਏ ਦੇ ਮੁਆਵਜ਼ੇ ਜਾਰੀ ਹੋਏ ਜੀ। ਸੋ ਇਹ 40 ਕਰੋੜ ਰੁਪਇਆ, ਕਿਉਂਕਿ ਪੰਜਾਬ ਸਰਕਾਰ ਨੇ ਇਹ ਦਮ ਭਰਿਆ ਕਿ ਹਾਂ ਅਸੀਂ ਮਤਲਬ ਕਿ ਮੁਆਵਜ਼ਾ ਪਹਿਲਾਂ ਨਾਲੋਂ ਵਧਾ ਵੀ ਦਿੱਤਾ ਤੇ ਅਸੀਂ ਰਾਸ਼ੀ ਵੀ ਵਧਾ ਦਿੱਤੀ ਹੈ। ਜਿਵੇਂ ਜਿਹੜੇ ਕਿਸਾਨ ਦਾ ਨੁਕਸਾਨ ਮੰਨ ਲਓ ਮਤਲਬ 80% ਤੱਕ 75% ਤੋਂ ਉੱਪਰ ਜਾਂਦਾ ਹੈ, ਉਹਨਾਂ ਨੂੰ ਅਸੀਂ 15,000 ਰੁਪਏ ਪ੍ਰਤੀ ਏਕੜ ਤੱਕ ਦੇ ਰਹੇ ਹਾਂ। ਤੇ ਜਿਨ੍ਹਾਂ ਦਾ ਨੁਕਸਾਨ ਘੱਟ ਹੈ ਨਾ, ਮਤਲਬ ਕਿ ਥੱਲੇ ਹੈ 75% ਤੋਂ, ਉਹਨਾਂ ਨੂੰ ਵੀ ਅਸੀਂ 6800 ਤੋਂ 7000 ਰੁਪਏ ਪ੍ਰਤੀ ਏਕੜ ਤੱਕ ਮੁਆਵਜ਼ਾ ਦੇ ਰਹੇ ਹਾਂ। ਸੋ ਇਸੇ ਤਹਿਤ ਫਾਜ਼ਿਲਕਾ ਸਮਾਗਮ ਸੀ। ਸਮਾਗਮ ਦੇ ਵਿੱਚ ਮੁੱਖ ਮੰਤਰੀ ਹੋਰਾਂ ਨੇ ਚੈੱਕ ਵੰਡੇ
ਜਿਹੜੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖੁਸ਼ੀ ਨਹੀਂ ਹੈ, ਚੈੱਕ ਵੰਡਦਿਆਂ ਮੈਂ ਖੁਸ਼ੀ ਮਹਿਸੂਸ ਨਹੀਂ ਕਰਦਾ, ਇਹ ਦੁੱਖ ਦੀ ਘੜੀ ਆ, ਔਖਾ ਘੜੀ ਹੈ। ਇਸ ਲਈ ਪਰ ਮੈਂ ਕੇਂਦਰ ਨੂੰ ਫੇਰ ਕਹਿਣਾ ਚਾਹੁੰਦਾ ਕਿ ਅਸੀਂ ਅਪੀਲ ਕੀਤੀ ਸੀ ਕੇਂਦਰ ਨੂੰ ਕਿ ਸਾਡੇ ਕਿਸਾਨਾਂ ਲਈ ਕੁਝ ਰਾਹਤ ਦਾ ਐਲਾਨ ਕਰੋ, ਕਿਉਂਕਿ ਫਸਲ ਦਾ ਨੁਕਸਾਨ ਬਹੁਤ ਹੋਇਆ, ਤੇ ਉਹਨਾਂ ਨੇ ਰਾਹਤ ਦੇ ਨਾਂ ਤੇ ਜਿਹੜੀ ਆਫਤ ਸਾਡੇ ਲਈ ਭੇਜੀ ਹੈ, ਹੁਣ ਅਸੀਂ ਉਹਦਾ ਡਟ ਕੇ ਸਾਹਮਣਾ ਕਰਾਂਗੇ, ਨਾ ਅਸੀਂ ਮਿੰਨਤਾਂ ਕਰਾਂਗੇ। ਦੁਬਾਰਾ ਗੱਲ ਦੁਹਰਾਈ ਹੈ ਕਿ ਅਸੀਂ ਮਿੰਨਤ ਨਹੀਂ ਕਰਾਂਗੇ, ਅਸੀਂ ਆਪਣੇ ਕੋਲੋਂ ਘਾਟਾ ਵੀ ਪੂਰਾ ਕਰਕੇ ਦੇਵਾਂਗੇ। ਤੇ ਕਹਿੰਦੇ ਮੇਰੀ ਇੱਛਾ ਸੀ ਕਿ ਤੁਰੰਤ ਮੁਆਵਜ਼ੇ ਮਿਲਣ, ਤੇ ਉਹਨਾਂ ਨੇ ਇਹ ਵੀ ਦਮ ਭਰਿਆ ਕਿ ਆਮ ਆਦਮੀ ਪਾਰਟੀ, ਦੇਖੋ ਮਾਲ ਵੇਚਣ ਦੇ ਲਈ ਆਮ ਆਦਮੀ ਪਾਰਟੀ ਮਾਹਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੀ ਪਹਿਲੀਆਂ ਸਰਕਾਰਾਂ ਨੇ ਵੀ ਮਤਲਬ ਕਿ ਮੁਆਵਜ਼ੇ ਦਿੱਤੇ ਨੇ, ਵੰਡੇ ਨੇ, ਪਰ ਜਿਵੇਂ ਲੇਲੜੀਆਂ ਕਢਾ ਕੇ ਜਾਂ ਭਾਈ ਭਤੀਜਾਵਾਦ ਕਰਕੇ ਜਾਂ ਆਪਣੀ ਪਹੁੰਚ ਅਪਰੋਚ ਕਰਕੇ ਜਾਂ ਲੰਮਾ ਸਮਾਂ ਲਟਕਾ ਕੇ, ਜੇ ਤੂੰ ਦਿੱਤਾ ਵੀ ਮਿੰਗਣਾ ਪਾ ਕੇ ਦਿੱਤਾ, ਉਹਦਾ ਕੀ ਫਾਇਦਾ। ਸੋ ਇਸ ਲਈ ਭਗਵੰਤ ਮਾਨ ਹੋਰੀ ਕਹਿੰਦੇ ਕਿ ਪਹਿਲੀ ਵਾਰ ਹੈ ਕਿ ਨੁਕਸਾਨੀ ਫਸਲ ਵੀ ਅਜੇ ਖੇਤਾਂ 'ਚ ਖੜੀ ਆ, ਤੇ ਪਰ ਅਸੀਂ ਮੁਆਵਜ਼ੇ ਦੇ ਦਿੱਤੇ, ਤੇ ਨਹੀਂ ਤਾਂ ਕਹਿੰਦੇ ਕਿ ਅਗਲੀਆਂ ਫਸਲਾਂ ਬੀਜ ਕੇ ਵੱਢ ਵੀ ਲਈ ਜਾਂਦੇ ਸੀ, ਤਦ ਤੱਕ ਮੁਆਵਜ਼ੇ ਨਹੀਂ ਮਿਲਦੇ। ਸੋ ਕੱਲ ਦੇ ਦਿਨ ਦੇ ਵਿੱਚ ਪੰਜਾਬ ਸਰਕਾਰ ਨੇ ਦਾਅਵਾ ਕੀਤਾ, ਦਮ ਭਰਿਆ ਕਿ ਅਸੀਂ 40 ਕਰੋੜ ਦੇ ਮੁਆਵਜ਼ੇ ਜਾਰੀ ਕੀਤੇ ਨੇ, ਤੇ ਫਾਜ਼ਿਲਕਾ 'ਚ ਜਿਹੜਾ ਸਮਾਗਮ ਸੀ ਉਹ 365 ਦੇ ਕਰੀਬ ਪਿੰਡਾਂ ਦਾ ਸੀਗਾ, ਜਿਹਦੇ ਵਿੱਚ ਕਹਿੰਦੇ ਕਿ 12 ਕਰੋੜ 94 ਲੱਖ, ਲਗਭਗ 13 ਕਰੋੜ ਦੇ ਮੁਆਵਜ਼ੇ ਵੰਡੇ ਗਏ ਨੇ, ਜਿਸ ਚੋਂ 6 ਕਰੋੜ ਦੇ ਕਰੀਬ ਮੁਆਵਜ਼ੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੰਡੇ ਨੇ। ਸੋ ਇਸ ਦਾਅਵੇ ਦੇ ਅਨੁਸਾਰ ਉਹਨਾਂ ਦੀ ਕੋਸ਼ਿਸ਼ ਹੈ ਕਿ ਅੱਜ ਵੀ ਕੁਝ ਰਾਸ਼ੀਆਂ ਜਾਰੀ ਹੋ ਜਾਣ, ਤੇ ਉਹਨਾਂ ਨੂੰ ਕੋਸ਼ਿਸ਼ ਸੀਗੀ ਕਿ ਵਿਸਾਖੀ ਤੱਕ ਇਹ ਸਾਰਾ ਹੋ ਜਾਵੇ। ਜੇ ਸਾਰਾ ਨਹੀਂ ਤਾਂ ਜੇਕਰ ਇਸੇ ਰਫ਼ਤਾਰ ਨਾਲ ਰਿਹਾ ਤਾਂ ਹੋ ਸਕਦਾ ਇੱਕ ਹਫ਼ਤੇ ਦੇ ਵਿੱਚ ਸਾਰੇ ਮੁਆਵਜ਼ੇ ਮਿਲ ਜਾਣ, ਪਰ ਅਜੇ ਗਿਰਦਾਵਰੀਆਂ ਦਾ ਕੰਮ ਫਸਿਆ, ਕਈ ਡੀਸੀਆਂ ਦੇ ਕੰਮ ਹੌਲੀ ਹੋ ਗਏ, ਕਈਆਂ ਦੇ ਥਾਂ ਦੇ ਉੱਤੇ ਉਹ ਜਿਹੜਾ ਨਵਾਂ ਇਹਨਾਂ ਨੇ ਉਹ ਲਿਆਂਦੇ ਨੇ ਗਰੁੱਪ, ਉਹਦੇ ਰਾਹੀਂ ਤਕਨੀਕੀ ਕਾਰਨਾਂ ਕਰਕੇ ਕਈ ਥਾਈਂ ਇਹ ਵੀ ਰੌਲਾ ਪੈ ਰਿਹਾ ਕਿ ਜੀ ਇੱਥੇ ਵੀ ਆਪਣੀ ਪਾਰਟੀ ਦੇ ਚਿਹਰੇ ਮੋਹਰੇ ਜਾਂ ਪਹੁੰਚ ਵਾਲੇ ਜਾਂ ਉਹਨਾਂ ਦੀ ਵੀ ਪਹੁੰਚ ਚੱਲੀ ਜਾਂਦੀ ਹੈ, ਇਹ ਵੀ ਕਈ ਤਰ੍ਹਾਂ ਦੇ ਰੌਲੇ ਪੈ ਰਹੇ ਨੇ। ਪਰ ਫਿਰ ਵੀ ਸਰਕਾਰ ਨੇ ਪਹਿਲ ਕਦਮੀ ਕੀਤੀ, ਚੈੱਕ ਵੰਡੇ, ਇਹ ਇੱਕ ਮਤਲਬ ਲੱਗਦਾ ਕਿ ਦੁੱਖ ਦੀ ਘੜੀ ਦੇ ਵਿੱਚ ਮੱਲਮ ਲੱਗਣ ਵਾਲਾ ਕੰਮ ਹੈ। ਸੋ ਇਸ ਲਈ ਇਹ ਰਾਹਤ ਭਰਿਆ ਕਰ ਨਹੀਂ ਚਲੋ ਜੀ, ਜਿੱਥੇ ਕੰਮ ਚੰਗਾ ਆ ਉੱਥੇ ਜਿਹੜਾ ਆ ਉਹ ਚੰਗਾ ਜਿਹੜਾ ਉਹ ਆਖਣਾ ਚਾਹੀਦਾ। ਜ਼ਰੂਰਤ ਸੀ ਇਹਨਾਂ ਦੀ ਜਿਹੜੀ ਕੋਈ ਬਾਂਹ ਫੜਦਾ, ਤੇ ਉਹ ਫੜ ਰਹੇ ਆ, ਚੰਗੀ ਗੱਲ ਹੈ। ਅਗਲੀ ਆਪਾਂ ਦੀਪਕ ਜੀ ਗੱਲ ਕਰਦੇ ਜਾਈਏ, ਬਠਿੰਡਾ ਵਿੱਚ ਜਿਹੜਾ ਆਪਾਂ ਮਿਲਟਰੀ ਸਟੇਸ਼ਨ ਦੀ ਆਪਾਂ ਕੱਲ ਵੀ ਗੱਲ ਕੀਤੀ ਸੀ, ਮਰਨ ਵਾਲੇ 5 ਜਵਾਨਾਂ ਚੋਂ 3 ਕਰਨਾਟਕ ਦੇ ਨੇ, ਤੇ ਕਰਨਾਟਕ 'ਚ ਚੋਣਾਂ ਆ ਰਹੀਆਂ। ਪੁਲਵਾਮਾ ਵਾਲਾ ਤਾਂ ਯਾਦ ਹੀ ਹੋਣਾ ਸਾਰਿਆਂ ਨੂੰ ਅਜੇ। ਬਿਲਕੁਲ ਜੀ, ਪੁਲਵਾਮਾ ਕਿਸੇ ਨੂੰ ਭੁੱਲਿਆ ਨਹੀਂ। ਜੋ ਪੁਲਵਾਮਾ 'ਚ ਵਾਪਰਿਆ ਸੀ, ਉਸਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਤੇ ਸੀ, ਜਾਂ ਕਈ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਉੱਥੇ ਅੱਗਜਣੀ, ਦੰਗੇ, ਫਸਾਦ, ਲੜਾਈਆਂ ਦਾ ਹੋਣਾ, ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਰਿਹਾ। ਤੇ ਮੇਰੇ ਇਹ ਵੀ ਧਿਆਨ ਹੈ ਕਿ ਇੱਥੇ ਤਾਂ ਸਾਡੇ ਮਤਲਬ ਕਿ ਇਹ ਵੀ ਨਹੀਂ ਛੱਡਿਆ ਜਾਂਦਾ, ਜਦੋਂ ਭਾਰਤੀ ਸੰਸਦ ਤੇ ਹਮਲਾ ਹੋਇਆ ਤੇ ਉਹਨਾਂ ਦੇ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ ਵੋਟਾਂ ਬਟੋਰਲੀਆਂ ਗਈਆਂ, ਪਰ ਜਿਹੜੇ ਸ਼ਹੀਦਾਂ ਦੇ ਪਰਿਵਾਰ ਸੀ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ, ਉਹ ਅਜੇ ਵੀ ਇਕੱਲੇ ਕਾਰੇ ਭਟਕਦੇ ਨੇ। ਦੂਸਰੇ ਪਾਸੇ ਪੁਲਵਾਮਾ ਤੋਂ ਬਾਅਦ ਵੀ ਮਤਲਬ ਉਹ ਸ਼ਹੀਦ ਪਰਿਵਾਰਾਂ ਦੀ ਤਾਂ ਜੋ ਮਤਲਬ ਦਫ਼ਤਰਾਂ 'ਚ ਧੱਕੇ ਖਾਈ ਕਰਾ ਕੇ ਉਹਨਾਂ ਨੂੰ ਕਿਸੇ ਨੂੰ ਪੈਨਸ਼ਨ ਲੱਗਦੀ, ਕਿਸੇ ਨੂੰ ਮੁਆਵਜ਼ਾ ਮਿਲਦਾ, ਕਿਸੇ ਪਰਿਵਾਰ ਨੂੰ ਨੌਕਰੀ ਮਿਲਦੀ, ਪਰ ਉਹ ਤੋਂ ਪਹਿਲਾਂ ਵੋਟਾਂ ਜ਼ਰੂਰ ਮਿਲ ਗਈਆਂ ਸੀ, ਕਿਉਂਕਿ ਬੜੇ ਬੋਰਡ ਪਾਰਟੀਆਂ ਨੇ ਆਪਣੇ ਚੋਣ ਪ੍ਰਚਾਰ ਦੀ ਰੈਲੀਆਂ ਤੇ ਲਾਏ। ਵੱਡੇ ਲੀਡਰ ਜਿਹੜੇ ਬੜੀ ਛਾਤੀ ਵਾਲੇ ਆਪਣੇ ਆਪ ਨੂੰ ਕਹਾਉਂਦੇ ਨੇ, ਉਹਨਾਂ ਦੀਆਂ ਪਿੱਠ ਪਿੱਛੇ ਮਤਲਬ ਅਸੀਂ ਸ਼ਹੀਦਾਂ ਦੀਆਂ ਫੋਟੋਆਂ, ਉਹਨਾਂ ਫੌਜੀ ਜਵਾਨਾਂ ਦੀ ਫੋਟੋਆਂ ਦੇਖੀਆਂ। ਸੋ ਇਸ ਲਈ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਗਿਆ, ਉਹਨਾਂ ਦੇ ਨਾਂ ਤੇ ਵੀ ਵੋਟਾਂ ਹਥਿਆਈਆਂ ਗਈਆਂ, ਹੈ ਨਾ। ਸੋ ਇਸ ਲਈ ਉਹ ਸਰਜੀਕਲ ਸਟ੍ਰਾਈਕ ਦੇ ਨਾਂ ਤੇ ਵੀ ਪਤਾ ਨਹੀਂ ਉਹ ਅਸਲੀ ਸੀ ਨਕਲੀ ਸੀ, ਪਤਾ ਨਹੀਂ ਕਾਂ ਮਾਰ ਕੇ ਆਏ ਸੀ ਕਿ ਬੰਦੇ ਮਾਰ ਕੇ ਆਏ ਸੀ, ਪਰ ਉਹਦੇ ਨਾਂ ਤੇ ਵੀ ਵੋਟਾਂ ਬਟੋਰੀਆਂ ਗਈਆਂ। ਸੋ ਇਸ ਲਈ ਉਸੇ ਤਰ੍ਹਾਂ ਇਹ ਗੱਲ ਮਤਲਬ ਕਿ ਆਪਣੇ ਆਪ ਧਿਆਨ ਕਿਸੇ ਦੀ ਹੈ, ਇਹ ਨਾ ਤਾਂ ਕਿਸੇ ਦੀ ਟਿੱਪਣੀ ਆ, ਨਾ ਇਹਦੀ ਕੋਈ ਪੁਸ਼ਟੀ ਆ, ਨਾ ਇਹਦਾ ਕੋਈ ਆਧਾਰ ਆ, ਪਰ ਇਹ ਗੌਰ ਕਰਨ ਵਾਲੀ ਗੱਲ ਤਾਂ ਹੈ ਨਾ। ਬਿਲਕੁਲ, ਕਿ ਬਠਿੰਡਾ ਦੇ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਬਾਉਂਡਰੀ ਵਾਲੀ ਫੌਜੀ ਛਾਉਣੀ ਤੇ ਭਾਰਤ ਦੀਆਂ ਵੱਡੀਆਂ ਛਾਉਣੀਆਂ ਦੇ ਵਿੱਚੋਂ ਇੱਕ, ਤੇ 24 ਘੰਟੇ ਤੋਂ ਉੱਪਰ ਵਕਫਾ ਬੀਤ ਜਾਵੇ ਤੇ ਅਜੇ ਤੱਕ ਇਹ ਵੀ ਕਿਸੇ ਸੀਸੀਟੀਵੀ ਕੈਮਰੇ ਚੋਂ ਸੁਰਾਗ ਨਾ ਮਿਲੇ ਕਿ ਕੌਣ ਸੀ ਹਮਲਾਵਰ, ਕਿੱਥੋਂ ਆਏ ਸੀ, ਕਿੱਧਰੋਂ ਗਏ ਸੀ। ਜਿੱਥੇ ਇੰਨੀ ਤਕੜੀ ਸੁਰੱਖਿਆ ਹੋਵੇ, ਜਿੱਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਹੁਣ, ਪੋਸਟਮਾਰਟਮ ਦੇ ਵਿੱਚ ਉਹ 4 ਜਵਾਨ ਜਿਹੜੇ ਮਾਰੇ ਗਏ, ਆਪਾਂ ਕੱਲ ਵੀ ਗੱਲ ਕਰ ਰਹੇ ਸੀ, 2 24 ਸਾਲ ਦੇ ਨੇ, 2 25 ਸਾਲ ਦੇ ਨੇ, ਉਹਨਾਂ ਚੋਂ 2 ਕਰਨਾਟਕਾ ਦੇ ਨੇ, 2 ਤਾਮਿਲਨਾਡੂ ਦੇ ਨੇ, ਤੇ ਨੌਕਰੀ ਨੂੰ ਅਜੇ 3 ਸਾਲ ਹੋਏ ਨੇ, ਤੇ ਸੁੱਤੇ ਪਿਆਂ ਦੀ ਗੋਲੀ ਮਾਰੀ। ਪੋਸਟਮਾਰਟਮ 'ਚ ਡਾਕਟਰ ਨੇ ਕਿਹਾ ਕਿ ਛਾਤੀਆਂ 'ਚ ਗੋਲੀਆਂ ਮਾਰ ਕੇ ਛਲਣੀ ਕਰ ਦਿੱਤੀ ਗਈ ਆ ਛਾਤੀ, ਤੇ ਜਿਹਨੇ ਜਾਨ ਹੀ ਲੈਣੀ ਸੀ ਉਹ 2 ਗੋਲੀਆਂ ਮਾਰ ਕੇ ਹੀ ਭੱਜ ਸਕਦਾ ਸੀ। ਸੋ ਇਹ ਜਦੋਂ ਹੁਣ ਉਹਨਾਂ ਦੀ ਪਾਰਥਿਵ ਦੇਹ ਜਦੋਂ ਆਪਣੇ ਘਰਾਂ 'ਚ ਜਾਏਗੀ, ਉੱਥੇ ਜਾਏਗੀ, ਤਾਂ ਉਸ ਦੇ ਨਾਲ ਕਿਹੜਾ ਦ੍ਰਿਸ਼ ਪੈਦਾ ਕਰਨਾ ਹੈ,
ਉਹਦੇ ਨਾਲ ਕਿਹੜਾ ਮਾਹੌਲ ਪੈਦਾ ਕਰਨਾ ਹੈ, ਇਹ ਸ਼ੰਕੇ ਸ਼ੋਭੇ ਪੈਦਾ ਕਰਦਾ ਹੈ। ਕਿਉਂਕਿ 2 ਜਵਾਨ ਕਰਨਾਟਕਾ ਤੇ 2 ਤਾਮਿਲਨਾਡੂ ਦੇ ਉਸ ਫਾਇਰਿੰਗ ਚ ਮਾਰੇ ਗਏ, ਜਿਹੜੀ ਲਾਪਤਾ ਰਾਈਫਲ ਨਾਲ ਹੋਈ, ਜਿਹਦੇ 19 ਖਾਲੀ ਖੋਲ ਮਿਲ ਗਏ ਹੈ, ਪਰ ਅਜੇ ਤੱਕ ਪਤਾ ਨਹੀਂ ਜੰਗਲ ਦੇ ਵਿੱਚ ਡਰੋਨ ਨਾਲ ਵੀ ਤੇ ਹੈਲੀਕਾਪਟਰ ਨਾਲ ਵੀ ਭਾਲ ਕਰ ਲਈ, ਜਿਹੜਾ ਦਮ ਭਰਿਆ ਕੇ ਇਸ ਜੰਗਲ ਚੋਂ ਭੱਜੇ। ਤੇ ਸੈਂਕੜਿਆਂ ਦੇ ਕਰੀਬ CCTV ਕੈਮਰੇ ਫਰੋਲੇ ਗਏ, ਛਾਉਣੀ ਦੇ ਵੀ, ਛਾਉਣੀ ਦੇ ਆਲੇ ਦੁਆਲੇ ਦੇ ਵੀ, ਬਾਹਰਲੇ ਸ਼ਹਿਰ ਦੇ ਵੀ ਜੀ, ਪਰ ਕਿਤੋਂ ਕੋਈ ਅਜੇ ਤੱਕ 24 ਘੰਟੇ ਚ ਸੁਰਾਗ ਨਹੀਂ ਕਿ ਕੌਣ ਕਿੱਥੋਂ ਆਇਆ, ਕਿਹਨੇ ਗੋਲੀ ਚਲਾਈ, ਕਿਵੇਂ ਚੱਲੀ। ਕੀ ਕੋਈ ਕਹਾਣੀ ਲੁਕੋਈ ਜਾ ਰਹੀ ਹੈ? ਕੀ ਕਹਾਣੀ ਕੋਈ, ਬੇਸ਼ੱਕ ਪੰਜਾਬ ਪੁਲਿਸ ਤੇ ਮਤਲਬ ਫੌਜੀ ਅਧਿਕਾਰੀਆਂ ਦੀ ਟੀਮਾਂ ਮਿਲ ਕੇ ਕੰਮ ਕਰ ਰਹੀਆਂ, ਕੀ ਇਹ ਫੌਜੀ ਜਵਾਨਾਂ ਦੀ ਲਾਸ਼ਾਂ ਦੇ ਉੱਤੇ ਸਿਆਸਤ ਤਾਂ ਨਹੀਂ ਹੋ ਰਹੀ, ਰੋਟੀਆਂ ਤਾਂ ਨਹੀਂ ਸਿੱਖੀ ਜਾ ਰਹੀਆਂ? ਉਹ ਪਾਤਰ ਸਾਹਿਬ ਦਾ ਮਤਲਬ ਸ਼ੇਅਰ ਕੇ ਜਦੋਂ ਤੱਕ ਉਹ ਵੋਟਾਂ ਗਿਣਦੇ ਨੇ ਆਪਾਂ ਲਾਸ਼ਾਂ ਗਿਣੀਆਂ, ਹੈ ਨਾ। ਸੋ ਇਸ ਲਈ ਉਹ ਇੱਕ ਸ਼ੰਕੇ ਪੈਦਾ ਕਰਦਾ। ਇਹ ਤੋਂ ਇਹ ਅਜੇ 4 ਦਾ ਮਾਮਲਾ ਜੇ ਨਿਬੜਿਆ ਵੀ ਨਹੀਂ, ਪਤਾ ਵੀ ਨਹੀਂ ਲੱਗਿਆ, ਤੇ ਅਚਾਨਕ ਇੱਕ ਹੋਰ ਗੋਲੀ ਚੱਲ ਗਈ, ਕਹਿੰਦੇ ਯੂਨਿਟ ਦੇ ਪਬਲਿਕ ਆਫਿਸ ਦੇ ਵਿੱਚ। ਹਾਂਜੀ, ਤੇ ਗੋਲੀ ਚੱਲਣ ਦੀ ਆਵਾਜ਼ ਆਈ, ਤੇ ਜਦੋਂ ਜਾ ਕੇ ਦੇਖਿਆ ਤਾਂ ਇੱਕ ਜਵਾਨ ਲਹੂ ਲਹਾਨ ਹੋਇਆ, ਜ਼ਖਮੀ ਪਿਆ, ਬੇਹੋਸ਼ ਪਿਆ। ਉਹਨੂੰ ਚੱਕ ਕੇ ਆਰਮੀ ਦੇ ਹਸਪਤਾਲ ਚ ਲੈ ਕੇ ਗਏ, ਉਹਨਾਂ ਨੇ ਮ੍ਰਿਤਕ ਐਲਾਨਤਾ ਜੀ। ਤੇ ਇਹ 5ਵਾਂ ਜਵਾਨ ਜਿਹੜਾ ਸ਼ਹੀਦ ਹੋਇਆ ਵੀ ਕਰਨਾਟਕਾ ਦਾ। ਹੁਣ 5 ਚੋਂ 3 ਕਰਨਾਟਕਾ ਦੇ ਹੋ ਗਏ ਜੀ। ਤੇ ਵੈਸੇ ਕਰਨਾਟਕਾ ਦੇ ਵਿੱਚ ਆਹ ਟਰਮ ਪੂਰੀ ਆ ਹੁਣ ਮਾਰਚ ਅਪ੍ਰੈਲ ਚ, ਤੇ ਚੋਣਾਂ ਹੋਣੀਆਂ ਨੇ। ਸੋ ਇਸ ਲਈ ਕਰਨਾਟਕਾ ਦੇ 3 ਜਵਾਨ ਬਠਿੰਡਾ ਚ ਸ਼ਹੀਦ ਹੁੰਦੇ ਨੇ, ਤੇ ਪੰਜਾਬ ਦਾ ਦ੍ਰਿਸ਼ ਪਹਿਲਾਂ ਹੀ ਨੈਸ਼ਨਲ ਮੀਡੀਆ ਨੇ ਜਿਹੋ ਜਿਹਾ ਬਣਾਇਆ ਹੋਇਆ, ਜਿਹੋ ਜਿਹਾ ਪੰਜਾਬ ਨੂੰ ਦਿਖਾ ਕੇ ਪੇਸ਼ ਕੀਤਾ ਜਾ ਰਿਹਾ, ਤੇ ਉਸੇ ਦੌਰ ਦੇ ਵਿੱਚ ਬਠਿੰਡਾ 'ਚ ਹੀ ਇਹ ਘਟਨਾ ਕਿਉਂ ਵਾਪਰੀ, ਉਹ ਕਰਨਾਟਕਾ ਦੇ ਜਵਾਨ ਕਿਉਂ ਸ਼ਹੀਦ ਹੋਏ, ਇਹ ਸਵਾਲ ਹੈ ਜੀ ਬਸ। ਜੀ ਬਿਲਕੁਲ, ਗੱਲਾਂ ਨੂੰ ਚਿੱਥਣਾ ਪੈਂਦਾ ਆ, ਦੇਖਣਾ ਪੈਂਦਾ ਆ ਵੀ ਪਿੱਛੇ ਉਹਨਾਂ ਦੇ ਕੀ ਚੱਲ ਰਿਹਾ ਹੁੰਦਾ ਆ। ਸੋ ਬਿਲਕੁਲ ਅਹਿਮ ਜਿਹੜੀ ਇਹ ਗੱਲ ਆ, ਬੰਦੇ ਨੂੰ ਦੇਖਣਾ ਚਾਹੀਦਾ ਆ। ਅਗਲੀ ਦੀਪਕ ਜੀ ਗੱਲ ਕਰੀਏ ਮਹਿੰਗਾਈ ਨੂੰ, ਜਿਹੜਾ ਉਹ ਲੈ ਕੇ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਰਹੇ। ਮੌਜੂਦਾ ਧਿਰ ਜਿਹੜੀ ਕੇਂਦਰ ਦੀ ਆ, ਜਦੋਂ ਵਿਰੋਧੀ ਧਿਰ ਸੀ, ਕਦੀ ਸਿਲੰਡਰ ਲੈ ਕੇ, ਕਦੀ ਕੁਛ ਲੈ ਕੇ, ਬੜੇ ਉਹਨਾਂ ਨੇ ਜਿਹੜੇ ਆ ਉਹ ਮੋਹਰੇ ਆਉਂਦੇ ਰਹੇ। ਹੁਣ ਦਾਅਵਾ ਕਰਦੇ ਨੇ ਵੀ ਰੀਟੇਲ ਦੀ ਜਿਹੜੀ ਮਹਿੰਗਾਈ ਆ ਉਹ ਘਟ ਗਈ ਆ, ਜਾਂ ਓਵਰਆਲ ਕਹਿ ਲਓ ਵੀ ਮਹਿੰਗਾਈ ਘਟੀ ਆ, ਪਰ ਕਹਿੰਦੇ ਸਾਲ 'ਚ ਸਿਲੰਡਰ ਤਾਂ 150 ਰੁਪਈਆ ਮਹਿੰਗਾ ਹੋ ਗਿਆ। ਬਿਲਕੁਲ ਜੀ, ਮਹਿੰਗਾਈ ਦਰ ਘਟਣ ਨੂੰ ਵੀ ਸਰਕਾਰਾਂ ਆਪਣੀਆਂ ਪ੍ਰਾਪਤੀ ਦੱਸਦੀਆਂ ਨੇ। ਮਤਲਬ ਆਪ ਥੋੜੇ ਧਿਆਨ ਚ ਹੋਣਾ, ਅੱਗੇ ਨਾ ਬੱਸ ਅੱਡਿਆਂ ਵਾਲੇ ਮਤਲਬ ਕੰਡਕਟਰ ਨਾ ਭਾਨ ਲੈਂਦੇ ਹੁੰਦੇ ਨੇ ਕਈ ਵਾਰ, ਉਹ ਕਈ ਜਿਹੜੇ ਮਤਲਬ ਮੰਨ ਲਓ ਮੰਗਦੇ ਨੇ ਜਾਂ ਭਾਨ ਦਾ ਕਾਰੋਬਾਰ ਕਰਦੇ ਨੇ ਜੀ, ਫਿਰ ਉਹ 100 ਦੇ ਵੱਟੇ 95 ਰੁਪਈਏ 90 ਰੁਪਈਏ ਐ ਮਿਲਦੇ, ਤੇ ਉਹਨਾਂ ਦੀ ਉਹ ਕਮਾਈ ਹੁੰਦੀ ਹੈ। ਉਹ ਹਾਲ ਮਹਿੰਗਾਈ ਦਰ ਨਾਲ ਸਰਕਾਰਾਂ ਲੋਕਾਂ ਨਾਲ ਕਰਦੀਆਂ। ਤੁਹਾਡੀ ਆਮਦਨ ਹੈ 100 ਰੁਪਈਆ, ਪਰ ਮਹਿੰਗਾਈ ਦਰ ਹੈ ਮਤਲਬ ਕਿ 8%, ਤਾਂ ਤੁਹਾਡੇ 100 ਰੁਪਏ ਦਾ ਬਾਜ਼ਾਰ ਚ ਮੁੱਲ 92 ਰੁਪਏ ਹੈ। ਮਤਲਬ 1000 ਰੁਪਈਆ ਤੁਹਾਡਾ 920 ਰੁਪਏ ਚ ਚੱਲਣਾ, ਜੇ 8% ਦੀ ਮਹਿੰਗਾਈ ਦਰ। ਤੇ ਹੁਣ ਸਰਕਾਰ ਦਮ ਭਰ ਰਹੀ ਆ ਕਿ ਇਸ ਸਾਲ ਦੇ ਵਿੱਚ ਮਹਿੰਗਾਈ ਦਰ 5.66% ਤੇ ਆ ਗਈ ਜੀ, ਘਟ ਗਈ, 7-8% ਤੋਂ ਮੁੜੀ ਆ। ਸੋ 5.66 ਮਤਲਬ 5 ਰੁਪਏ 66 ਪੈਸੇ ਪ੍ਰਤੀ ਸ਼ਤ ਮਹਿੰਗਾਈ ਦਰ ਆ। ਤੇ ਇਸ ਲਈ ਮਹਿੰਗਾਈ ਦਰ ਘਟੀ ਆ ਜੀ। ਅਸੀਂ ਇਹ ਗੋਗਾ ਗਾ ਰਹੇ ਹਾਂ ਦੇਸ਼ ਭਰ ਦੇ ਵਿੱਚ ਕਿ ਦੇਖੋ ਜੀ ਸਰਕਾਰ ਨੇ ਕਿੰਨੀ ਬੜੀ ਰਾਹ ਦੇਤੀ। ਮਤਲਬ ਅਜੇ ਵੀ ਤੁਹਾਡੇ ਰੁਪਈਏ ਦਾ 100 ਰੁਪਈਏ ਦਾ ਮੁੱਲ 95 ਰੁਪਈਏ ਹੋਈ ਆ, 100 ਦਾ ਮੁੱਲ 100 ਨਹੀਂ। ਤੇ ਇੱਧਰ ਹਕੀਕਤ ਕੀ ਆ, ਲੋ ਮੈਂ ਲੰਬੇ ਚੌੜੇ ਹਿਸਾਬ ਚ ਨਹੀਂ ਜਾਂਦਾ, ਮੈਂ ਪਿਛਲੀ ਸਰਕਾਰ ਦੇ ਕਾਰਜਕਾਲ ਨਹੀਂ ਫਰੋਲਦਾ, ਮੈਂ ਮੌਜੂਦਾ ਸਰਕਾਰ ਦੇ ਪਿਛਲੇ 5 ਸਾਲ ਤੇ ਹੁਣ ਵਾਲੇ 4 ਸਾਲ ਨਹੀਂ ਫਰੋਲਦਾ, ਮੈਂ ਸਿਰਫ ਪਿਛਲਾ ਇੱਕ ਵਿੱਤੀ ਵਰ੍ਹਾ ਫਰੋਲ ਲੈਂਦਾ। ਪਿਛਲੇ 1 ਸਾਲ ਦੇ 10 ਅਪ੍ਰੈਲ 2022 ਤੋਂ ਲੈ ਕੇ 10 ਅਪ੍ਰੈਲ 2023 ਤੱਕ 150 ਰੁਪਏ ਤੋਂ ਉੱਪਰ ਹੋ ਗਿਆ ਸਿਲੰਡਰ ਮਹਿੰਗਾ। ਮਤਲਬ 365 ਦਿਨਾਂ ਚ 150 ਰੁਪਇਆ ਰੋਜ਼, ਐਵਰੇਜ 50 ਪੈਸੇ 45-46 ਪੈਸੇ ਤੁਸੀਂ ਵਧਾਈ ਜਾਓ ਜੀ ਚੁੱਪ ਕਰਕੇ। ਮਤਲਬ ਇਹੀ ਜੀ ਕਿਹੜੀ ਆਮਦਨ ਵੱਧ ਰਹੀ ਹੈ ਲੋਕਾਂ ਦੀ, ਮੈਨੂੰ ਦੱਸ ਦਿਓ। ਉਲਟਾ ਲੋਕ ਨੋਟਬੰਦੀ ਤੇ ਝੰਬੇ ਸੀ, ਉਲਟਾ ਲੋਕ ਕਰੋਨਾ ਨੇ ਮਾਰੇ ਸੀ, ਕਿਸੇ ਦੇ ਜੀ ਗਵਾਏ, ਕਿਸੇ ਨੇ ਨੌਕਰੀ ਗਵਾਈ, ਕਿਸੇ ਨੇ ਕਾਰੋਬਾਰ ਗਵਾਇਆ, ਤੇ ਤੁਸੀਂ ਆ ਤੋਹਫੇ ਦੇ ਰਹੇ। ਤੇ ਮਜ਼ਦੂਰਾਂ ਵਿੱਚ ਨਰੇਗਾ ਵਾਲਿਆਂ ਨੂੰ 100 ਦਿਨ ਨੌਕਰੀ ਵੀ ਨਹੀਂ। ਬੰਦੇ ਨੂੰ ਭੁੱਖ ਤਾਂ 365 ਦਿਨ ਲੱਗਦੀ ਆ, ਢਿੱਡ ਤਾਂ ਉਹਦੇ ਪਰਮਾਨੈਂਟ ਲੱਗਿਆ ਕਿ 100 ਦਿਨ ਲਈ ਜਿੰਨੇ ਦਿਨ ਨੌਕਰੀ ਦਿੰਦੇ ਉਹਨੇ ਦੇ ਢਿੱਡ ਲਾ ਦਿੰਦੇ, ਬਾਕੀ ਸਰਕਾਰ ਲੈ ਜਾਂਦੀ ਆ। ਸੋ ਆਹ ਸਥਿਤੀ, ਕਿਸਾਨਾਂ ਨੂੰ ਪੂਰਾ ਭਾਅ ਨਹੀਂ, ਪਰ ਬਾਜ਼ਾਰ 'ਚ ਉਹਨਾਂ ਦਾ ਮਾਲ ਮਹਿੰਗਾ ਵਿਕਦਾ। ਲਓ ਮੈਂ ਦੱਸ ਦੇਣਾ, 10 ਅਪ੍ਰੈਲ 2022 ਤੋਂ ਲੈ ਕੇ 10 ਅਪ੍ਰੈਲ 2023 ਤੱਕ 950 ਰੁਪਏ ਵਾਲਾ ਸਿਲੰਡਰ 1103 ਰੁਪਏ ਤੱਕ ਹੋ ਗਿਆ।
ਵੱਖ-ਵੱਖ ਸ਼ਹਿਰਾਂ 'ਚ ਉੱਪਰ ਥੱਲੇ ਹੈਗਾ, ਮਤਲਬ 1100 ਤੋਂ ਪਾਰ ਹੈ ਪਰ। ਜੀ। ਸੋ 950 ਵਾਲਾ 1100 ਹੋ ਗਿਆ, ₹150 ਮਹਿੰਗਾ ਹੋ ਗਿਆ ਸਿਲੰਡਰ। ਇਹ ਇੱਥੋਂ ਹਿਸਾਬ ਲਾ ਲਓ। ਹੁਣ ਆ ਜਾਓ ਹਰ ਦੀ ਦਾਲ, ਮਤਲਬ ਮੈਂ ਤਾਂ ਗੱਲ ਕਰ ਰਿਹਾ ਦੁੱਧ ਦੀ, ਦਾਲਾਂ ਦੀ, ਆਟੇ ਦੀ, ਚੌਲਾਂ ਦੀ। ਕਿਸਾਨ ਲੱਗੇ ਵੇਚਣ ਜਾਵੇ ਤਾਂ ਕਟੌਤੀ ਹੈ ਜੀ, ਕਹਿੰਦੇ ਤੇਰਾ ਦਾਣਾ ਸੁੰਗੜ ਗਿਆ, ਤੇਰਾ ਦਾਣਾ ਇਹ ਮੋਜੂ ਹੈ ਜੀ, ਇਹ ਰੰਗ ਬਦਲ ਗਿਆ ਜੀ। ਉਸੇ ਨੂੰ ਪਾਲਿਸ਼ ਕਰਦੇ ਨੇ, ਉਸੇ ਨੂੰ ਚਮਕਾਉਂਦੇ ਨੇ, ਉਸੇ ਨੂੰ ਥੈਲੀਆਂ 'ਚ ਪੈਕ ਕਰਦੇ ਨੇ ਤੇ ਉਹ ਮਹਿੰਗਾ ਵਿਕਦਾ। ਮਤਲਬ ਨਾਰਮਲ ਰੇਟ ਦੱਸ ਰਿਹਾ ਮੈਂ, ਚੰਡੀਗੜ੍ਹ ਦੇ ਵਿੱਚ ਅੱਡ-ਅੱਡ 5 ਥੈਲਿਆਂ 'ਚ ਚੌਲ ਪਾ ਕੇ ₹150 ਕਿਲੋ ਨੂੰ ਵੀ ਵਿਕਦਾ ਜੀ। ਤੇ ਜਿਹੜੇ ਬ੍ਰਾਂਡ ਦੀ ਮੋਹਰ ਲਾ ਕੇ ਉਹ ਤਾਂ ਪਤਾ ਹੀ ਨਹੀਂ ਕੀ ਹਿਸਾਬ ਆ। ਉਹ ਮੈਨੂੰ ਦੱਸ ਦੋ ਕਿ ਕਿੱਥੋਂ, ਕਿਹੜੀ ਨਵੀਂ ਥਾਂ ਤੋਂ ਬਣਾਉਂਦੇ ਨੇ। ਉਹੀ ਕਿਸਾਨਾਂ ਦਾ ਪੈਦਾ ਕੀਤਾ ਹੀ ਅਨਾਜ ਹੈ, ਬਿਲਕੁਲ ਉਹੀ ਹੈ, ਤੇ ਉਹਨੂੰ ਮੁੱਲ ਕਿਉਂ ਨਹੀਂ? ਆ ਲਓ ਹਰ ਦੀ ਦਾਲ ਦਿੱਲੀ ਦੇ ਵਿੱਚ ₹103 ਤੋਂ ਵੱਧ ਕੇ ਇਸ 1 ਸਾਲ ਦੇ ਵਿੱਚ ₹128 ਹੋ ਗਈ। ਮਤਲਬ ₹25 1 ਸਾਲ 'ਚ ਕਿਲੋ ਪਿੱਛੇ ਵੱਧ ਗਏ ਜੀ। ਤੇ ਕਿਸਾਨਾਂ ਨੂੰ ₹1 ਕੁਆਂਟਲ ਪਿੱਛੇ ਨਹੀਂ ਵਧਾ ਕੇ ਰਾਜੀ ਤੁਸੀਂ। ਇਸੇ ਤਰ੍ਹਾਂ ਮੁੰਬਈ ਦੇ ਵਿੱਚ ਇਹੀ ਹਰ ਦੀ ਦਾਲ ₹110 ਤੋਂ ₹139 ਹੋ ਗਈ ਪਿਛਲੀ ਅਪ੍ਰੈਲ ਤੋਂ ਹੁਣ ਦੀ ਅਪ੍ਰੈਲ ਤੱਕ। ਮਤਲਬ ₹29 ਪ੍ਰਤੀ ਕਿਲੋ ਮਹਿੰਗੀ ਹੋ ਗਈ ਹਰ ਦੀ ਦਾਲ। ਤੇ ਹੁਣ ਇੱਥੇ ਕਿਸਾਨੀ ਨਾਲ ਵੀ ਧੋਖਾ ਹੈ ਤੇ ਖਰੀਦਦਾਰ ਨਾਲ ਵੀ ਧੋਖਾ ਹੈ। ਮਲਾਈ ਕੌਣ ਖਾ ਰਿਹਾ? ਗੱਭੇ ਆੜ੍ਹਤੀਆ, ਵਪਾਰੀ, ਦੁਕਾਨਦਾਰ, ਜਿਹਨੇ ਨਾ ਕਦੇ ਮਿਹਨਤ ਕੀਤੀ, ਨਾ ਕਦੇ ਖੇਤਾਂ 'ਚ ਪਾਣੀ ਲਾਇਆ ਤੇ ਨਾ ਕੁਛ ਕੀਤਾ। ਉਹ ਗੱਦੀ ਤੇ ਬੈਠ ਕੇ ਆਪਣਾ ਨੋਟ ਗਿਣ ਰਿਹਾ। ₹103 ਵਾਲੀ ਦਾਲ 128 ਦੀ ਹੋਈ, ₹25 ਪ੍ਰਤੀ ਕਿਲੋ ਮਹਿੰਗੇ ਹੋਏ। ਦਿੱਲੀ ਦੇ ਮੈਂ ਐਵਰੇਜ ਦੱਸ ਰਿਹਾ, ਪੂਰੇ ਉੱਤਰੀ ਭਾਰਤ 'ਚ ਲਗਭਗ ਅਲੱਗ ਹੁੰਦੀ ਹੈ। ਦੂਸਰੇ ਪਾਸੇ ਮੁੰਬਈ ਵਰਗੇ ਖੇਤਰ ਦੇ ਵਿੱਚ, ਮਹਾਰਾਸ਼ਟਰ 'ਚ ₹110 ਵਾਲੀ ਦਾਲ 139 ਦੀ ਹੋ ਗਈ, ਮਤਲਬ ₹29 ਮਹਿੰਗੀ ਹੋ ਗਈ। ਹੋਰ ਛੱਡੋ, ਆਟੇ ਦਾ ਅਸੀਂ ਪਾਕਿਸਤਾਨ 'ਚ ਬਹੁਤ ਰੌਲਾ ਪਾਉਂਦੇ ਹਾਂ। ਬਿਲਕੁਲ। ਕਿਸਾਨਾਂ ਨੂੰ ਕਣਕ ਦਾ ਦੱਸ ਦਿਓ ਕਿੰਨਾ ਕੁ ਭਾਅ ਵੱਧਦਾ, ਤੇ ਇੱਥੇ ₹2 ₹3 ਚੁੱਪ ਕਰਕੇ ਹਰ ਮਹੀਨੇ ਵਧੀ ਗਏ। ₹26 ਵਾਲਾ ਆਟਾ ਹੁਣ ਦਿੱਲੀ 'ਚ ₹30 ਮਿਲ ਰਿਹਾ ਜੀ, ₹4 ਕਿਲੋ ਸਿੱਧਾ ਮਹਿੰਗਾ ਹੋ ਗਿਆ। ਮਤਲਬ ਉਹਦੇ ਵਿੱਚ ਇਹੋ ਜਿਹਾ ਕੀ ਪਤਾ ਦੱਸੋ ਮੈਨੂੰ। ਸਿਰਫ ਪਤਾ ਹੁੰਦਾ ਕਿ ਜਦੋਂ ਆਖਰੀ ਸਮਾਂ ਜੀ ਉਹ ਸ਼ਾਰਟੇਜ ਹੋ ਗਈ ਜੀ, ਉਲਟਾ ਸਰਕਾਰ ਤਾਂ ਇਹ ਫਾਰਮੂਲਾ ਲਿਆ ਰਹੀ ਸੀ ਕਿ ਜਿੰਨਾ ਚਾਹਣ ਆੜ੍ਹਤੀਏ ਵਪਾਰੀ ਸਟੋਰ ਕਰ ਸਕਦੇ ਆ। ਕਿਸਾਨਾਂ ਦੀ ਆੜ ਦੇ ਵਿੱਚ ਵਪਾਰੀ, ਜੇ ਉਹ ਸਟੋਰ ਕਰਨ ਵਾਲਾ ਫਾਰਮੂਲਾ ਆ ਜਾਂਦਾ ਤੇ ਫਿਰ ਤਾਂ ਭਾਰਤ 'ਚ ਆਟੇ ਨੂੰ ਲੈ ਕੇ, ਦਾਲਾਂ ਨੂੰ ਲੈ ਕੇ ਪਾਕਿਸਤਾਨ ਬਣਿਆ ਸੀ। ਲਓ, ਤੇ ਹੁਣੇ ਤੁਸੀਂ ਜਦੋਂ ਮਤਲਬ ਜਨਵਰੀ ਫਰਵਰੀ ਚੜ੍ਹਦਾ ਤਦ ਇਹ ਆਪਣੇ ਆਪੇ ਕਹਿੰਦੇ ਜੀ ਉਹ ਭੰਡਾਰ ਭਰੇ ਪਏ ਨੇ ਸਾਡੇ, 5-5 ਸਾਲਾਂ ਸਾਡੇ ਕੋਲ ਭੰਡਾਰ ਹੈ, ਸਾਡਾ ਅਨਾਜ ਗਲ ਜਾਂਦਾ ਹੈ, ਖਰਾਬ ਹੋ ਜਾਂਦਾ ਹੈ, ਤੇ ਉਹਦੇ ਬਾਵਜੂਦ ਵੀ ਕੁਪੋਸ਼ਣ ਦੇ ਮਾਮਲੇ ਵੀ ਸਭ ਤੋਂ ਵੱਧ ਸਾਡੇ ਨੇ, ਤੇ ਭਾਅ ਵੀ ਆਪਣੇ ਆਪ ਵੱਧਦੇ ਨੇ ਜੀ। ਇਹ ਸ਼ਾਰਟੇਜ ਹੈ ਜੀ। ਹੁਣ ਨਵੀਂ ਕਣਕ ਆਉਣੀ ਹੈ ਜੀ, ਨਵੀਂ ਫਸਲ ਆਉਣੀ ਹੈ ਜੀ, ਤੇ ਆਹ ਫਾਰਮੂਲਾ। ਲਓ, ਚੌਲ ਛੱਡੋ, ਦਿੱਲੀ ਦੇ ਵਿੱਚ ₹31 ਵਾਲਾ ਚੌਲ ₹39 ਹੋ ਗਿਆ। ਮੈਂ ਆਮ ਚੌਲ ਦੀ ਗੱਲ ਕਰਦਾ, ਜਿਹੜੇ ਆਮ ਸਧਾਰਨ ਵਿਚਾਰਾ ਗਰੀਬ ਤਬਕਾ ਬਿਨਾਂ ਪੁੱਛੇ ਖਰੀਦਦਾ ਕਿ ਬਾਈ ਦੇ ਦੇ ਸਾਨੂੰ, ਚਾਹੇ ਟੋਟਾ ਚਾਹੇ ਕੁਛ ਹੈ, ਉਹ 31 ਵਾਲਾ 39 ਨੂੰ ਹੋ ਗਿਆ। ₹8 ਪ੍ਰਤੀ ਕਿਲੋ ਪਿੱਛੇ ਚੌਲ ਦੇ ਰੇਟ ਮਹਿੰਗੇ ਹੋ ਗਏ ਦਿੱਲੀ 'ਚ। ਤੇ ਇਸੇ ਤਰ੍ਹਾਂ ਦੁੱਧ, ਤੁਸੀਂ ਮਤਲਬ ਕਿ ਕਿਸਾਨ ਨੂੰ ਦੁੱਧ ਦਾ ਮੁੱਲ ਨਹੀਂ ਮਿਲਣਾ ਜੀ ਜੀ, ਆਪਣੀਆਂ ਥੈਲੀਆਂ ਇਹਨੀਆਂ ਦੀਆਂ 55 60 ਕਿਲੋ ਨੂੰ ਵਿਕ ਰਹੀਆਂ। ਤੇ ਜਿਹੜਾ ਆਮ ਸਧਾਰਨ ਰੇਟ ਵੀ ਆ ਉਹ ਵੀ ₹50 ਵਾਲਾ ₹53 ਹੋ ਗਿਆ। ₹52 ਵਾਲਾ ਮੁੰਬਈ 'ਚ ₹58 ਹੋ ਗਿਆ। ਤੇ ਹੁਣ ਇਹ ਵੀ ਨਹੀਂ ਪਤਾ ਕਿ ਉਹ ਦੁੱਧ ਹੈ ਕਿ ਯੂਰੀਆ, ਕਿ ਕੋਈ ਰੰਗ ਮਿਲਾਇਆ, ਕੀ ਮਿਲਾਇਆ। ਤੇ ਜਿਹੜਾ ਬ੍ਰਾਂਡ ਦੇ ਨਾਂ ਤੇ ਵਿਕਣਾ ਹੈ, ਇਹ ਗੁਜਰਾਤੀ ਬ੍ਰਾਂਡ ਹੈ, ਇਹ ਦਿੱਲੀ ਬ੍ਰਾਂਡ ਹੈ, ਇਹ ਹਰਿਆਣਾ ਬ੍ਰਾਂਡ ਹੈ, ਇਹ ਪੰਜਾਬ ਦਾ ਬ੍ਰਾਂਡ ਹੈ, ਉਹਦਾ ਤਾਂ ਜੋ ਹੈ ਇੱਕੋ ਦਿਨ 'ਚ ਉਹਨੇ ਵਧਾਇਆ ਤਾਂ ਅਸੀਂ ਵਧਾਉਣਾ, ਉਹ ਲੁੱਟ ਵੱਖਰੀ ਹੈ। ਸੋ ਇਸ ਲਈ ਖਰੀਦਦਾਰ ਦੀ ਵੀ ਲੁੱਟ ਹੋ ਰਹੀ ਹੈ ਤੇ ਪੈਦਾਵਾਰ ਕਰਨ ਵਾਲਾ ਵੀ ਧੋਖਾ ਹੋ ਰਿਹਾ, ਤੇ ਮਲਾਈਆਂ ਸਰਕਾਰ ਤੇ ਸਰਕਾਰ ਦੇ ਚਿਹਤੇ ਛਕ ਰਹੇ ਨੇ। ਤੇ ਹੁਣ ਕਣਕ ਦੀ ਖਰੀਦ 'ਚ ਵੀ ਪੰਜਾਬ ਦੇ ਵਿੱਚ ਜਿਹਨਾਂ ਨੇ ਸਿੱਲੋ ਖੋਲੇ ਨੇ, ਉਹ ਦੇਖਿਓ ਕਮਾਈਆਂ ਕਰਨਗੇ, ਮੰਡੀਆਂ ਬੰਦ ਕਰਨੀ ਵੱਲ ਵੀ ਆਉਣਗੇ। ਜੀ ਜੀ, ਹਾਲਾਤ ਖਤਰਨਾਕ ਇਸ ਪਾਸੇ ਵੱਲ ਨੂੰ ਜਿਹੜੇ ਉਹ ਬਣਦੇ ਜਾ ਰਹੇ। ਲੋਕ ਤਾਂ ਅਜੇ ਤੱਕ ਝੰਬੇ ਜਿਹੜੇ ਪੁਰਾਣੇ ਨੋਟਬੰਦੀ ਦੇ ਉਹ ਨਹੀਂ ਖੜ ਸਕੇ, ਤੇ ਮਹਿੰਗਾਈ ਨੇ ਤਾਂ ਲੱਕ ਜਿਹੜਾ ਉਹ ਤੋੜਿਆ ਹੀ ਆ। ਹੁਣ ਦੇਖੋ ਜਦੋਂ GDP ਦੀਪਕ ਜੀ ਇੰਨੀ ਥੱਲੇ ਚੱਲ ਜਾਂਦੀ ਆ, ਤੇ ਜਦੋਂ ਇਵੈਂਚੁਅਲੀ ਤਾਂ ਨੂੰ ਜਾਂਦੀ ਆ, ਤੇ ਫਿਰ ਉਹਦੇ ਵਿੱਚ ਆਪਣੀ ਠਾਪੇ ਥੱਪੜੀ ਜਾਂਦੇ ਆ ਵੀ ਲੈ ਵੀ ਅਸੀਂ ਬੱਲੇ ਬੱਲੇ ਕਰਾਤੀ ਆ। ਵੀ ਇਹ ਤਾਂ ਬੇਸਿਕ ਮੈਥ ਵਾਲੀ ਜਿਹੜੀ ਇਹ ਗੱਲ ਆ, ਜਿਹੜੀ ਚੀਜ਼ ਥੱਲੇ ਗਈ ਉਹ ਉੱਤੇ ਆਈ, ਤੇ ਫਿਰ ਉਹ ਵੀ ਇਹ ਚੀਜ਼ ਹੈਗੀ ਆ। ਤੇ ਸਮਾਂ ਆਪਣਾ ਹੋ ਗਿਆ, ਤੇ ਜਾਣ ਤੋਂ ਪਹਿਲਾਂ ਜੇ ਮੈਂ ਪੁੱਛਦਾ ਜਾਵਾਂ ਵੀ ਅੱਜ ਦਮਦਮਾ ਸਾਹਿਬ ਵਿਖੇ ਪੁਲਿਸ ਦੀ ਬਹੁਤ ਜ਼ਿਆਦਾ ਤੈਨਾਤੀ ਸੀ। ਜਥੇਦਾਰ ਸਾਹਿਬ ਨੇ ਕਿਹਾ ਸੀਗਾ ਵੀ ਬਗੈਰ ਡਰ ਤੋਂ ਸਾਰੇ ਜਾਣੇ ਉਹ ਪਹੁੰਚੋ। ਕਿੱਦਾਂ ਦਾ ਇਸ ਚੀਜ਼ ਨੂੰ ਲੈ ਕੇ ਮਾਹੌਲ ਸੰਗਤਾਂ ਦੇ ਵਿੱਚ, ਕੁਛ ਹੈ ਅਪਡੇਟਸ ਇਸ ਨੂੰ ਲੈ ਕੇ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਵਿਸਾਖੀ ਦਾ ਤਿਉਹਾਰ ਹੈ, ਤੇ ਵਿਸਾਖੀ ਦਾ ਤਿਉਹਾਰ ਪੰਜਾਬ ਦੇ ਵਿੱਚ ਜਾਂ ਕਿਸਾਨੀ ਨਾਲ ਜੋੜ ਕੇ ਫਸਲ ਦੀ ਆਮਦ ਦੀ ਖੁਸ਼ੀ ਵਜੋਂ ਮਨਾਇਆ ਜਾਂਦਾ। ਪਰ ਇਸ ਵਾਰ ਫਸਲ ਦਾ ਨੁਕਸਾਨ ਖਾਸਾ ਹੋਇਆ, ਉਲਟਾ ਮੁਆਵਜ਼ਿਆਂ ਦੇ ਚੈੱਕ
ਕਰੀ ਦੇਖਣਾ ਪਰੇ। ਇਸ ਲਈ ਉਹ ਖੁਸ਼ੀ ਤਾਂ ਨਹੀਂ, ਪਰ ਫਿਰ ਵੀ ਫਸਲ ਪੱਕਣ ਨਾਲ ਘਰੇ 4 ਦਾਣੇ ਆਉਣ ਦੇ ਇੱਕ ਮਤਲਬ ਮਨ ਨੂੰ ਤਸੱਲੀ ਜ਼ਰੂਰ ਹੈਗੀ। ਦੂਸਰਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਹੋਰਾਂ ਦੇ ਦਿਹਾੜੇ ਦੇ ਹਵਾਲੇ ਨਾਲ ਮਤਲਬ ਕਿ ਅੱਜ ਜੋ ਸਥਿਤੀ ਦੇਸ਼ 'ਚ, ਸੂਬੇ 'ਚ, ਪੰਜਾਬ 'ਚ ਇਹ ਬਣੀ ਹੈ, ਜੇਕਰ ਬਾਬਾ ਸਾਹਿਬ ਦਾ ਸੰਵਿਧਾਨ ਹੀ ਇਹਨਾਂ ਨੇ ਪੂਰੀ ਤਰ੍ਹਾਂ ਲਾਗੂ ਕਰ ਲਿਆ ਹੁੰਦਾ ਤਾਂ ਸਾਰੇ ਹੱਕ ਸੂਬਿਆਂ ਨੂੰ, ਲੋਕਾਂ ਨੂੰ ਮਿਲ ਗਏ ਹੁੰਦੇ, ਤਾਂ ਅੱਜ ਇਹ ਲੋਕਤੰਤਰ ਦੇ ਵਿੱਚ ਵੀ ਡਿਕਟੇਟਰਸ਼ਿਪ ਵਾਲਾ ਤਰੀਕਾ ਸਾਨੂੰ ਨਾ ਚੱਲਣਾ ਪੈਂਦਾ। ਸੋ ਬਾਬਾ ਸਾਹਿਬ ਦਾ ਸੰਵਿਧਾਨ ਨੂੰ ਵੀ ਹੂਬਹੂ ਲਾਗੂ ਕਰਨ ਤੋਂ ਇਹ ਭੱਜ ਰਹੇ ਨੇ, ਉਲਟਾ ਉਹਨਾਂ ਦੇ ਨਾਮ ਨੂੰ ਤਾਂ ਵਰਤਦੇ ਨੇ। ਤੇ ਤੀਸਰਾ, ਅੱਜ ਜਿਹੜੀ ਖਾਲਸਾ ਪੰਥ ਦੀ ਸਾਜਨਾ ਦਿਵਸ ਦੇ ਹਵਾਲੇ ਨਾਲ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜੇ 10ਵੇਂ ਪਾਤਸ਼ਾਹੀ ਨੇ ਅੱਜ ਦੇ ਦਿਨ ਅੰਮ੍ਰਿਤ ਪਾਨ ਦੀ ਦਾਤ ਬਖਸ਼ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸ ਧਰਤੀ ਦੇ ਉੱਤੇ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਇਸੇ ਤਰ੍ਹਾਂ ਦਮਦਮਾ ਸਾਹਿਬ ਵਿਖੇ ਵਿਸਾਖੀ ਦਾ ਤਿਉਹਾਰ ਦਿਹਾੜਾ ਬੜੀ ਸ਼ਰਧਾ ਉਤਸ਼ਾਹ ਤੇ ਸਨਮਾਨਕ ਤਰੀਕੇ ਨਾਲ, ਸ਼ਰਧਾ ਤਰੀਕੇ ਨਾਲ, ਮਰਿਆਦਾ ਤਰੀਕੇ ਨਾਲ ਮਨਾਇਆ ਜਾਂਦਾ ਤੇ ਲੱਖਾਂ ਦੀ ਤਾਦਾਦ 'ਚ ਸੰਗਤਾਂ ਦਮਦਮਾ ਸਾਹਿਬ ਵੀ ਤੇ ਇਸੇ ਤਰ੍ਹਾਂ ਵੱਡੀ ਗਿਣਤੀ 'ਚ ਸੰਗਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੀ ਤੇ ਜਾਂ ਦਰਬਾਰ ਸਾਹਿਬ ਹੋਰ ਧਾਰਮਿਕ ਸਥਾਨਾਂ ਤੇ ਵੀ ਜਾਂਦੀਆਂ। ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਦਮਦਮਾ ਸਾਹਿਬ ਖੜ ਕੇ ਕਹਿਣਾ ਪਿਆ ਸੀ ਕਿ ਆਪ ਪੁਲਿਸ ਦੀ ਮਨਫੀ ਘਟਾਓ ਵੀ, ਆਪਣੀ ਗਿਣਤੀ ਘਟਾਓ ਵੀ, ਇੱਥੋਂ ਬੈਰੀਗੇਡ ਚੱਕੋ ਵੀ, ਤੁਸੀਂ ਸੰਗਤਾਂ ਨੂੰ ਆਉਣ 'ਚ ਰੋਕ ਰਹੇ ਹੋ, ਡਰਾ ਰਹੇ ਹੋ। ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਵੀ ਕੱਲ ਕਹਿਣਾ ਪਿਆ ਕਿ ਭਾਈ ਆਹ ਕਿਹੜਾ ਤਰੀਕਾ ਹੈ। ਮੈਂ ਰਾਜਕਰਨਵੀਰ ਜੀ, ਮੈਂ ਆਪਣੇ ਮਤਲਬ ਕਿ ਆਹ ਜ਼ਿੰਦਗੀ ਦੇ 40-42 ਸਾਲਾਂ ਦੇ ਵਿੱਚ ਮੈਂ ਨਹੀਂ ਤਖਤ ਸਾਹਿਬ ਦੇ ਉੱਤੇ ਕਦੇ ਇੰਨੀ ਪੁਲਿਸ ਲੱਗੀ ਦੇਖੀ, ਨਾ ਉਹ 84 ਦੇ ਦੌਰ ਦੇ ਵਿੱਚ, ਨਾ ਉਹ ਕਿਸੇ ਹੋਰ ਦੌਰ ਦੇ ਵਿੱਚ, ਨਾ ਕਿਤੇ ਕਿਸੇ ਹੋਰ ਘਟਨਾਕ੍ਰਮ ਤੋਂ ਬਾਅਦ ਜਿੰਨੀ ਹੁਣ ਲੱਗੀ ਹੈ। ਸੋ ਇਹ ਆਮਦ ਨੂੰ ਡਰਾਇਆ ਜਾ ਰਿਹਾ ਹੈ, ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ। ਖਾਸ ਕਰਕੇ ਜਿਹਨੇ ਪੱਗ ਬੰਨੀ ਹੈ, ਦਮਾਲਾ ਬੰਨਿਆ, ਉਹਨੂੰ ਤਾਂ ਐ ਨਜ਼ਰਾਂ ਪੜ ਕੇ ਦੇਖਦੇ ਨੇ ਕਿ ਹਰੇਕ ਬੰਦੇ 'ਚ ਅੰਮ੍ਰਿਤਪਾਲ ਵੜਿਆ। ਸੋ ਇਸ ਲਈ ਆਹ ਜਿਹੜਾ ਭੈ ਵਾਲਾ ਮਾਹੌਲ ਹੈ, ਇਹਦੀ ਕਿਉਂ ਆਪਾਂ ਫਿਕਰਮੰਦੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਅਜਿਹਾ ਕੁਝ ਨਹੀਂ ਹੈ ਜੇ ਤੁਸੀਂ ਬਣਾ ਕੇ ਪੇਸ਼ ਕਰ ਰਹੇ ਹੋ, ਤੇ ਉਲਟਾ ਨਿਤ ਦਿਨ ਦਾ ਕਰੋੜਾਂ ਦਾ ਬੋਝ ਸਾਡਾ ਕੇਂਦਰੀ ਏਜੰਸੀਆਂ ਸਾਡੇ ਸਿਰ ਤੇ ਪਈ ਜਾਂਦਾ, ਉਹ ਅਸੀਂ ਭੋਗ ਰਹੇ ਹਾਂ। ਬਿਲਕੁਲ ਬਿਲਕੁਲ। ਸੋ ਧਿਆਨ ਰੱਖਣਾ ਚਾਹੀਦਾ ਲੋਕਾਂ ਨੂੰ, ਇੱਥੇ ਮਾਹੌਲ ਠੀਕ ਦਿਖਾਉਣਾ ਹੈ, ਪਰ ਜਿੱਦਾਂ ਤੁਸੀਂ ਕਿਹਾ ਵੀ ਜਿੱਦਾਂ ਦਾ ਮਾਹੌਲ ਦਿਖਾਇਆ ਜਾ ਰਿਹਾ, ਜਿੱਦਾਂ ਦੀ ਇੱਕ ਇੱਦਾਂ ਲੱਗਦਾ ਵੀ ਪਲੈਨਿੰਗ ਹੀ ਚੱਲ ਰਹੀ ਹੈ, ਪੇਂਟ ਕੀਤੀ ਜਾ ਰਹੀ ਹੈ ਪੰਜਾਬ ਦੀ ਹੀ ਮਾੜੀ ਪਿਕਚਰ, ਜਿਹਦਾ ਕਿ ਜੋ ਰਿਐਲਿਟੀ ਤੋਂ ਕੋਹਾਂ ਜਿਹੜੀ ਦੂਰ ਨਜ਼ਰ ਆਉਂਦੀ ਹੈ। ਦੀਪਕ ਜੀ ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਜੀ ਕੱਲ ਨੂੰ ਫਿਰ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।